चढ़ाते हैं बलिदान। स्तुति तेरी गाती सभी भक्ति में झूम, तुझको करे सम्मान। प्रभु तेरे ही मंदिर में हम चढ़ाते हैं बलिदान। स्तुति तेरी गाते सभी भक्ति में झूम, तुझको करे सम्मान। सब कुछ हमें देता हमारा प्रेमी पिता। जीवन के संकट में प्रभु साथ निभाता सदा। प्रभु तेरे ही मंदिर में हम चढ़ाते हैं बलिदान। स्तुति तेरी गाते सभी भक्ति में झूम, तुझको करे सम्मान। कृपा दया सागर बरसाता प्रेम तुहार। गुमराह बेटों का बन जाता राखनेहार। प्रभु तेरे ही मंदिर में हम चढ़ाते हैं बलिदान। स्तुति तेरी गाते सभी भक्ति में झूम, तुझको करे सम्मान। तुझको करे सम्मान, तुझको करे सम्मान। बाप ते बेटे अते रूपाक ते नाम उते आमीन। साडे प्रभु यीशु मसीह दा फजल, खुदा बाप दा प्रेम अते रूपाक दी सांझ तुहाडे नाल होवे। अति तुहाडी रूह नाल भी होवे। प्रभु यीशु मसीह विच मेरे प्यारे भराओ अते भैणों, आओ असीं अपने प्यारे खुदा प्रभु यीशु मसीह धन्नवाद ते शुक्र करिए अज दे दिन दे लई। प्रभु यीशु मसीह ने असां सारिਆਂ ਨੂੰ ਅੱਜ ਦੇ ਦਿਨ ਬਖਸ਼ਿਆ ਹੈ ਅਤੇ ਇਸ ਸਮੇਂ ਪ੍ਰਾਰਥਨਾ ਭਵਨ ਟੀਵੀ ਦੇ ਰਾਹੀਂ ਇਸ ਪਾਕਮਾਸ ਤੇ ਕੁਰਬਾਨੀ ਵਿੱਚ ਸ਼ਾਮਿਲ ਹੋਣ ਦੇ ਲਈ ਪ੍ਰਭੂ ਨੇ ਸਾਨੂੰ ਮੌਕਾ ਦਿੱਤਾ ਹੈ। ਆਓ ਅਸੀਂ ਆਪਣੇ ਪਿਆਰੇ ਖੁਦਾ ਧੰਨਵਾਦ ਤੇ ਸ਼ੁਕਰ ਕਰੀਏ। ਅੱਜ ਪਾਕਮਾ ਕਲੀਸਿਆ ਪੰਦਕੋਸਤਾ ਦਾ ਤਿਉਹਾਰ ਮਨਾਉਂਦੀ ਹੈ। ਪੰਦਕੋਸਤਾ ਤਿਉਹਾਰ ਦੇ ਦਿਨ ਚੇਲਿਆਂ ਉਤੇ ਪਵਿੱਤਰ ਆਤਮਾ ਉਤਰਿਆ। ਜਿਸ ਤਰ੍ਹਾਂ ਪ੍ਰਭੂ ਯੀਸ਼ੂ ਨੇ ਉਹਨਾਂ ਨੂੰ ਦੱਸਿਆ ਸੀ ਕਿ ਯਰੂਸ਼ਲਮ ਵਿੱਚ ਰਹਿਣ ਦੇ ਲਈ ਜਦੋਂ ਤੱਕ ਰੂਹ ਪਾਕ ਉਹਨਾਂ ਨੂੰ ਨਹੀਂ ਮਿਲਦਾ ਹੈ ਜਾਂ ਮਦਦਗਾਰ ਉਹਨਾਂ ਨੂੰ ਦੇ ਕੋਲ ਨਹੀਂ ਆਉਂਦੇ ਹਾਂ, ਉਸ ਸਮੇਂ ਤੱਕ ਯਰੂਸ਼ਲਮ ਵਿੱਚ ਰਹਿਣ ਦੇ ਲਈ ਕਿਹਾ ਅਤੇ ਉਹ ਮਾਂ ਮਰੀਮ ਦੇ ਨਾਲ ਕਮਰੇ ਵਿੱਚ ਬੈਠ ਕੇ ਪ੍ਰਾਰਥਨਾ ਕਰਨ ਦੇ ਸਮੇਂ ਪਵਿੱਤਰ ਆਤਮਾ ਅੱਗ ਦੇ ਜੀਵਾਂ ਦੇ ਰੂਪ ਦੇ ਵਿੱਚ ਉਹਨਾਂ ਉੱਤੇ ਉਤਰਿਆ। ਅਤੇ ਅੱਜ ਅਸੀਂ ਉਸ ਤਿਉਹਾਰ ਨੂੰ ਮਨਾਉਂਦੇ ਹਾਂ। ਅੱਜ ਪਾਕਮਾ ਕਲੀਸਿਆ ਦਾ ਸਥਾਪਨਾ ਹੋ ਗਏ ਹਨ ਤਾਂ ਜਨਮ ਦਿਨ ਹੈ ਅੱਜ। ਅਤੇ ਉਹ ਰੂਹ ਹੁਣ ਸਾਨੂੰ ਮਿਲਦਾ ਹੈ ਪਾਕਮਾ ਕਲੀਸਿਆ ਦੇ ਰਾਹੀਂ। ਜਦੋਂ ਅਸੀਂ ਸਾਕਰਮੈਂਟਾਂ ਗ੍ਰਹਿਣ ਕਰਦੇ ਹਾਂ, ਪਵਿੱਤਰ ਆਤਮਾ ਸਾਨੂੰ ਮਿਲਦਾ ਹੈ। ਆਓ ਅਸੀਂ ਹੁਣ ਆਪਣੇ ਜੀਵਨ ਵੱਲ ਛਾਤੀ ਮਾਰ ਕੇ ਵੇਖੀਏ ਕਿ ਅਸੀਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਪਵਿੱਤਰ ਆਤਮਾ ਦੇ ਪ੍ਰੇਰਨਾ ਦੇ ਰਾਹੀਂ ਇੱਕ ਜ਼ਿੰਦਗੀ ਜਿਉਂਦਾ ਹੈ ਜਾਂ ਨਹੀਂ। ਪਵਿੱਤਰ ਆਤਮਾ ਜਿਸ ਤਰ੍ਹਾਂ ਸਾਨੂੰ ਅਗਵਾਈ ਕਰਦਾ ਹੈ ਉਸੇ ਤਰ੍ਹਾਂ ਦਾ ਇੱਕ ਜੀਵਨ ਗੁਜ਼ਾਰਦਾ ਹੈ ਜਾਂ ਨਹੀਂ। ਖੁਦਾ ਦੇ ਆਗਿਆਵਾਂ ਦੇ ਅਨੁਸਾਰ ਚੱਲਣ ਦੇ ਲਈ ਪਵਿੱਤਰ ਆਤਮਾ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਅਸੀਂ ਰੋਜ਼ਾਨਾ ਜੀਵਨ ਦੇ ਵਿੱਚ ਖੁਦਾ ਵੱਲੋਂ ਦਿੱਤੇ ਹੋਏ ਆਗਿਆਵਾਂ ਦੀ ਪਾਲਣਾ ਕਰਦਾ ਹੈ ਜਾਂ ਨਹੀਂ। ਦੇ ਨਾਲ ਨਾਲ ਜੇਕਰ ਅਸੀਂ ਪਵਿੱਤਰ ਆਤਮਾ ਦੇ ਤੋਂ ਦੂਰ ਚਲੇ ਗਏ ਹਨ, ਉਹਦੇ ਪ੍ਰੇਰਨਾ ਦੇ ਮੁਤਾਬਿਕ ਜ਼ਿੰਦਗੀ ਨਹੀਂ ਬਿਤਾਏ ਹਨ, ਆਓ ਅਸੀਂ ਇਸ ਸਮੇਂ ਪ੍ਰਭੂ ਦੇ ਕੋਲੋਂ ਮਾਫੀ ਮੰਗਾਂਗੇ ਤਾਂ ਜੋ ਇਸ ਤਿਉਹਾਰ ਮਨਾਉਣ ਦੇ ਸਮੇਂ
ਸਾਨੂੰ ਪਵਿੱਤਰ ਆਤਮਾ ਦਾ ਇੱਕ ਨਵਾਂ ਮਦਦ, ਇੱਕ ਨਵਾਂ ਜੀਵਨ, ਨਵਾਂ ਉਤਸ਼ਾਹ ਸਾਡੇ ਜੀਵਨ ਦੇ ਵਿੱਚ ਮਿਲਣ ਦੇ ਲਈ ਅਸੀਂ ਪ੍ਰਾਰਥਨਾ ਕਰੀਏ ਅਤੇ ਉਸ ਦੇ ਰਾਹ ਹੀ ਹਮੇਸ਼ਾ ਖੁਦਾ ਦੇ ਆਗਿਆਵਾਂ ਦੀ ਪਾਲਣਾ ਕਰਕੇ ਇੱਕ ਜ਼ਿੰਦਗੀ ਜੀਉਣ ਦੇ ਲਈ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਾਂਗੇ। ਉਹਦੇ ਨਾਲ ਨਾਲ ਆਓ ਅਸੀਂ ਆਪਣੇ ਜੀਵਨ ਦੇ ਸਾਰੇ ਗੁਨਾਹ ਗਲਤੀਆਂ ਨੂੰ ਚੇਤੇ ਕਰੀਏ। ਜੇਕਰ ਅਸੀਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਕੋਈ ਗੁਨਾਹ ਗਲਤੀਆਂ ਕੀਤੇ ਹਨ, ਆਓ ਅਸੀਂ ਇਸ ਸਮੇਂ ਪ੍ਰਭੂ ਯਿਸੂ ਦੇ ਕੋਲੋਂ ਮਾਫੀ ਮੰਗੀਏ ਤਾਂ ਜੋ ਅਸੀਂ ਯੋਗ ਢੰਗ ਨਾਲ ਇਸ ਪਾਕ ਮਾਸ ਤੇ ਕੁਰਬਾਨੀ ਚੜਾ ਸਕਣ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰੀਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। हे प्रभु दया करो, ए प्रभु दया करो, ए मसीह दया करो, ए मसीह दया करो, ए प्रभु दया करो, ए प्रभु दया करो। स्वर्ग दे विच वडियाई, गुण असी तेरे गांदे आते, तन तन तेनू कहंदे हां, करदे हां आराधना ते महिमा तेरी गांदे हां, तेरी वडी शान दे कारण शुक्र तेरा
ਵਿੱਚ ਸ਼ਾਂਤੀ, ਸਵਰਗ ਦੇ ਵਿੱਚ ਵਡਿਆਈ। ਆਮੀਨ। ਅਸੀਂ ਪ੍ਰਾਰਥਨਾ ਕਰੀਏ। हे ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਅੱਜ ਦੇ ਮਹਾਨ ਤਿਉਹਾਰ ਦੇ ਭੇਦ ਦੇ ਰਾਹੀਂ ਸਾਰੀਆਂ ਕੌਮਾਂ ਤੇ ਦੇਸ਼ਾਂ ਵਿੱਚ ਆਪਣੀ ਸਾਰੀ ਕਲੀਸਿਆ ਨੂੰ ਪਾਕ ਕਰ। ਧਰਤੀ ਦੇ ਸਾਰੇ ਪਾਸੇ ਆਪਣੇ ਰੂਪਾਕਤੀਆਂ ਬਖਸ਼ਿਸ਼ਾਂ ਨੂੰ ਬਰਸਾ ਦੇ। ਪਹਿਲੀ ਵਾਰ ਅੰਜੀਲ ਦੇ ਐਲਾਨ ਕੀਤੇ ਜਾਣ ਦੇ ਵੇਲੇ ਜੋ ਇਲਾਹੀ ਫਸਲ ਕੰਮ ਕਰ ਰਿਹਾ ਸੀ, ਉਹੀ ਫਸਲ ਨਾਲ ਇੱਕ ਵਾਰੀ ਫਿਰ ਆਪਣੇ ਇਮਾਨਦਾਰਾਂ ਦੇ ਦਿਲਾਂ ਨੂੰ ਭਰ ਦੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਪਾਕਤੀ ਏਕਤਾ ਵਿੱਚ ਖੁਦਾ ਜਿਉਂਦਾ ਰਾਜ ਕਰਦਾ ਹੈ, ਸਦਾ ਤੋਮ ਸਦਾ ਤੀਕਰ। ਆਮੀਨ। ਪਾਠ ਪਹਿਲਾ। ਰਸੂਲਾਂ ਦੇ ਕਰਤੱਵ 2 ਬਾਬ 1 ਤੋਂ 11 ਤੱਕ। ਜਦੋਂ ਪੈਂਤਾਕੁਸਤ ਦਾ ਦਿਨ ਆਇਆ ਤਾਂ ਸਾਰੇ ਰਸੂਲ ਇੱਕ ਥਾਂ ਇਕੱਠੇ ਸਨ। ਅਚਾਨਕ ਆਕਾਸ਼ 'ਤੇ ਤੂਫਾਨ ਵਰਗੀ ਇੱਕ ਆਵਾਜ਼ ਆਈ ਅਤੇ ਉਸ ਨਾਲ ਸਾਰਾ ਘਰ ਗੂੰਜ ਉੱਠਿਆ ਜਿੱਥੇ ਉਹ ਬੈਠੇ ਸਨ। ਫਿਰ ਉਹਨਾਂ ਨੂੰ ਅੱਗ ਵਰਗੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ, ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ 'ਤੇ ਆ ਠਹਿਰੀਆਂ। ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਾਈਆਂ ਬੋਲੀਆਂ ਬੋਲਣ ਲੱਗ ਪਏ, ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਲਈ ਉਭਾਰਿਆ। ਉਸ ਸਮੇਂ ਸੰਸਾਰ ਦੇ ਸਾਰੇ ਦੇਸ਼ਾਂ ਤੇ ਸ਼ਰਧਾਲੂਆਂ ਯਹੂਦੀ ਯਰੂਸ਼ਲਮ ਵਿੱਚ ਆਏ ਸਨ। ਇਹ ਆਵਾਜ਼ ਸੁਣ ਕੇ ਉੱਥੇ ਇੱਕ ਭੀੜ ਲੱਗ ਗਈ। ਲੋਕੀ ਘਬਰਾ ਗਏ ਕਿਉਂਕਿ ਹਰ ਕੋਈ ਚੇਲਿਆਂ ਨੂੰ ਆਪਣੀ ਹੀ ਬੋਲੀ ਬੋਲਦੇ ਸੁਣ ਰਿਹਾ ਸੀ। ਸਾਰੇ ਹੈਰਾਨ ਸਨ ਅਤੇ ਹੈਰਾਨਗੀ ਵਿੱਚ ਹੀ ਕਹਿਣ ਲੱਗੇ ਕਿ ਇਹ ਸਾਰੇ ਜਿਹੜੇ ਬੋਲ ਰਹੇ ਹਨ ਗਲੀਲ ਨਿਵਾਸੀ ਨਹੀਂ ਹਨ। ਫਿਰ ਅਸੀਂ ਸਾਰੇ ਕਿਸ ਤਰ੍ਹਾਂ ਆਪਣੇ ਆਪਣੇ ਦੇਸ਼ ਦੀ ਭਾਸ਼ਾ ਸੁਣ ਰਹੇ ਹਾਂ? ਅਸੀਂ ਜਿਹੜੇ ਪਾਰਥੀ, ਮੇਦੀ, ਇਲਾਮੀ, ਯਹੂਦੀਆ, ਕਪਦੂਸੀਆ, ਪਤਸ, ਏਸੀਆ, ਫਰੂਹੀਆ, ਮਿਸਰ, ਕੁਰੇਨ ਦੇ ਲਾਗਲੇ ਪ੍ਰਤਾਲ, ਲੀਬੀਆ ਦੇ ਰਹਿਣ ਵਾਲੇ, ਰੋਮੀ, ਮੁਸਾਫਰ, ਯਹੂਦੀਆ ਅਤੇ ਜਿਨ੍ਹਾਂ ਯਹੂਦੀ ਮਤ ਸਵੀਕਾਰ ਕੀਤਾ, ਕਰੇਟ ਅਤੇ ਅਰਬ ਦੇ ਰਹਿਣ ਵਾਲੇ ਹਾਂ। ਅਸੀਂ ਸਾਰੇ ਆਪਣੀ ਭਾਸ਼ਾ ਵਿੱਚ ਖੁਦਾ ਦੇ ਮਹਾਨ ਕੰਮਾਂ ਦਾ ਵਰਣਨ ਕਰਦੇ ਸੁਣ ਰਹੇ ਹਾਂ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। अंतिम दिन की अभिषेक सारे लोगों के ऊपर तुम्हें करने का है ये समय। पवित्र आत्मा से भरते हमें। अंतिम दिनों के अभिषेक सारे लोगों के ऊपर तुम्हें करने का है ये समय। पवित्र आत्मा से भर दे हमें। अग्नि समान उतरा, अग्नि छिप के समान ठहर जा, झुका तूफान निकाले गया, नदियाँ
हड्डियों की तराई में बड़ी सेना को चलते देखो। अधिकार की वाणी तू दे, पवित्र आत्मा से नबूवत करो। सूखी हड्डियों की तराई में बड़ी सेना को चलते देखो। अधिकार की वाणी तू दे, पवित्र आत्मा से नबूवत करो। अग्नि समान उतरा, अग्नि जीप के समान तेजा, जो का तूफान निकाले किया, नदी आत्मा की हम पर बहा। अंतिम दिनों की अभिषेक सारे लोगों के ऊपर तुम्हें करने का है ये समय। पवित्र आत्मा से भर दे हमें, पवित्र आत्मा से भर दे हमें, पवित्र आत्मा से भर दे हमें। पाठ दूसरा। सार्यादी हितले एक ही रूपाक सारियां ਨੂੰ वरदान ਦਿੰਦਾ ਅਤੇ काम ਕਰਨ ਲਈ ਪ੍ਰੇਰਿਤ ਕਰਦਾ ਹੈ। ਕਰੰਥੀਆਂ ਦੇ ਨਾਮ ਸਨ ਪੌਲੁਸ ਦਾ ਪਹਿਲਾ ਪੱਤਰ, ਉਹਦਾ 12 ਬਾਬ 3 ਤੋਂ 7, 12 ਤੋਂ 13 ਐਤ। ਅਸੀਂ ਸਾਰੇ एक ही आत्मा ਦਾ बपतिस्मा ग्रहण करके एक ही शरीर ਦਾ अंग बन गए हाँ। इसलिए मैं ਚਾਹੁੰਦਾ ਹਾਂ कि ਤੁਸੀਂ ਇਹ ਸਮਝ ਲਓ कि खुदा ਦੀ रूह ਨਾਲ ਬੋਲਣ ਵਾਲਾ ਕੋਈ ਵੀ ਕਦੀ ਇਹ ਨਹੀਂ ਕਹਿੰਦਾ ਹੈ ਯਿਸੂ ਸਟਰਪਿਆ ਹੋਵੇ, ਅਤੇ ਨਾ ਹੀ ਕੋਈ ਰੂਪਕ ਦੀ ਪ੍ਰੇਰਣਾ ਤੋਂ बिना कभी एक कह सकता है यीशु प्रभु है। हुन दाता तो कई किस्म दिया हन पर रूह एक है। सेवावां वक्रिया वक्रिया हन पर प्रभु एक ही है। अति इंची काम करन दिया खूबियां तब वक वक हुंदिया हन पर खुदा एक ही है, जो सारिया बीच सारिया नु हरकत बीच ले आंदा है। हर एक ਨੂੰ ਸਾਰਿਆਂ ਦੀ ਭਲਾਈ ਲਈ ਰੂਹ ਦਾ ਉਪਹਾਰ ਦਿੱਤਾ ਗਿਆ ਹੈ, ਕਿਉਂਕਿ ਜਿਸ ਤਰ੍ਹਾਂ ਸਰੀਰ ਇੱਕ ਹੁੰਦਾ ਹੈ ਅਤੇ ਉਸ ਦੇ ਬਹੁਤ ਸਾਰੇ ਅੰਗ ਹੁੰਦੇ ਹਨ ਅਤੇ ਸਰੀਰ ਦੇ ਸਾਰੇ ਅੰਗ ਭਾਵੇਂ ਉਹ ਬਹੁਤ ਹਨ ਸਾਰੇ ਮਿਲ ਕੇ ਇੱਕ ਸਰੀਰ ਹਨ, ਇਸ ਤਰ੍ਹਾਂ ਮਸੀਹ ਵੀ ਹੈ। क्योंकि ਅਸੀਂ ਸਾਰੇ एक ही रूह बीच बपतिस्मा पा के एक शरीर बन गए हाँ। यहूदी ज यूनानी, गुलाम ज आज़ाद, सानू सारियां नू एक ही रूह पिलाया गया है। ये प्रभु दी वाणी है। खुदा दा शुक्र होवे। हालेलुया 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 हालेलुया। घरी घरी जाओ अंजील सुनाओ, कौमां दे विच ओदा नाम फैलाओ। घरी घरी जाओ अंजील सुनाओ, कौमां दे विच ओदा नाम फैलाओ। हालेलुया 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 हालेलुया। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील दा संत यूहन्ना दे अनुसार। तेरी वडियाई होवे ए प्रभु।
ਉਸਦਾ 20 ਬਾਬ 19 ਐ ਤੋਂ ਲੈ ਕੇ 23 ਐ ਤੱਕ। ਉਸ ਦਿਨ ਹਫਤੇ ਦੇ ਪਹਿਲੇ ਦਿਨ ਸ਼ਾਮ ਵੇਲੇ ਜਿੱਤੇ ਚੇਲੇ ਸਨ ਅਤੇ ਯਹੂਦੀਆਂ ਤੋਂ ਡਰਦੇ ਮਾਰੇ ਉਤੋਂ ਦੇ ਬੂਹੇ ਬੰਦ ਸਨ, ਉੱਤੇ ਯੀਸ਼ੂ ਉਹਨਾਂ ਦੇ ਵਿਚਕਾਰ ਆ ਕੇ ਖੜਾ ਹੋ ਗਿਆ ਅਤੇ ਉਹਨਾਂ ਨੂੰ ਕਿਹਾ, ਤੁਹਾਨੂੰ ਸ਼ਾਂਤੀ ਮਿਲੇ। ਇਹ ਆਖਣ ਦੇ ਬਾਅਦ ਉਸਨੇ ਉਹਨਾਂ ਨੂੰ ਆਪਣੇ ਹੱਥ ਅਤੇ ਵੱਖੀ ਵਿਖਾਈ ਅਤੇ ਚੇਲਿਆਂ ਨੇ ਪ੍ਰਭੂ ਨੂੰ ਵੇਖਿਆ ਤਾਂ ਉਹ ਬਹੁਤ ਖੁਸ਼ ਹੋਏ। ਯੀਸ਼ੂ ਨੇ ਫਿਰ ਉਹਨਾਂ ਨੂੰ ਕਿਹਾ, ਤੁਹਾਨੂੰ ਸ਼ਾਂਤੀ ਮਿਲੇ। ਜਿਸ ਤਰ੍ਹਾਂ ਬਾਪ ਨੇ ਮੈਨੂੰ ਘੱਲਿਆ ਹੈ ਉਸੇ ਤਰ੍ਹਾਂ ਮੈਂ ਤੁਹਾਨੂੰ ਘੱਲਦਾ ਹਾਂ। ਇਹ ਆਖ ਕੇ ਉਸਨੇ ਉਹਨਾਂ ਨੂੰ ਉੱਤੇ ਸਵਾਸ ਫੂਕਿਆ ਅਤੇ ਉਹਨਾਂ ਨੂੰ ਕਿਹਾ, ਰੂਹ ਪਾਕ ਲਵੋ। ਜੇਕਰ ਤੁਸੀਂ ਕਿਸੇ ਦੇ ਪਾਪ ਮਾਫ ਕਰੋਗੇ ਤਾਂ ਉਹਨਾਂ ਦੇ ਪਾਪ ਮਾਫ ਕੀਤੇ ਜਾਣਗੇ, ਜੇਕਰ ਤੁਸੀਂ ਕਿਸੇ ਦੇ ਪਾਪ ਕਾਇਮ ਰੱਖੋਗੇ ਤਾਂ ਉਹ ਕਾਇਮ ਰਹਿਣਗੇ। ਪ੍ਰਭੂ ਦੇ ਅੰਜੀਲ। तेरी महिमा होवे ए मसीहा। ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ, ਸਭ ਤੋਂ ਪਹਿਲਾਂ ਤੁਸੀਂ ਸਾਰਿਆਂ ਨੂੰ ਪੰਤਕੋਸਤ ਦਾ ਤਿਉਹਾਰ ਦਾ ਲੱਖ ਲੱਖ ਵਧਾਈ ਹੋਵੇ। ਅੱਜ ਅਸੀਂ ਸਾਰੇ ਪੰਤਕੋਸਤ ਦਾ ਤਿਉਹਾਰ ਮਨਾਉਂਦੇ ਹਾਂ। ਪਾਕਮਾ ਕਲੀਸਿਆ ਦੇ ਲਈ ਦੋ ਤਿਉਹਾਰ ਬਹੁਤ ਖਾਸੀਅਤ ਹੈ। ਪਹਿਲਾ ਹੈ ਈਸਟਰ ਦਾ ਤਿਉਹਾਰ, ਦੂਸਰਾ ਹੈ ਪੰਤਕੋਸਤ ਦਾ ਤਿਉਹਾਰ। ਇਹ ਦੋਵੇਂ ਤਿਉਹਾਰ ਇੱਕ ਦੂਸਰੇ ਨਾਲ ਮਿਲੇ ਹਨ ਅਤੇ ਇਹ ਆਪਣੇ ਪੂਜਾ ਵਿਧੀ ਦਾ ਸਭ ਤੋਂ ਉੱਤਮ ਸਮਾਂ ਹੈ, ਸਭ ਤੋਂ ਮਹੱਤਵਪੂਰਨ ਸਮਾਂ ਹੈ। ਪੰਤਕੋਸਤ ਸ਼ਬਦ ਦਾ ਅਰਥ ਇਹੀ ਹੈ ਕਿ ਯੋਹਨਾ ਭਾਸ਼ਾ ਦੇ ਵਿੱਚੋਂ ਹਨ ਇਹ ਸ਼ਬਦ ਅਤੇ ਇਸ ਦਾ ਅਰਥ ਹੈ 50ਵਾਂ ਦਿਨ। ਈਸਾਈ ਲੋਕਾਂ ਦੇ ਲਈ ਪੰਤਕੋਸਤ ਦਾ ਅਰਥ ਇਹੀ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਵਿੱਚ ਜੀ ਉੱਠਣ ਦੇ ਬਾਅਦ 50ਵਾਂ ਦਿਨ, ਜਿਸ ਦਿਨ ਚੇਲਿਆਂ ਉੱਤੇ ਪਵਿੱਤਰ ਆਤਮਾ ਉਤਰਿਆ ਅਤੇ ਪਾਕਮਾ ਕਲੀਸਿਆ ਦਾ ਸਥਾਪਨਾ ਹੋ ਗਈ ਹਨ। ਯਹੂਦੀ ਲੋਕਾਂ ਦੇ ਲਈ ਪੰਤਕੋਸਤ ਦਾ ਤਿਉਹਾਰ ਬਹੁਤ ਖਾਸੀਅਤ ਵਾਲਾ ਦਿਨ ਹੈ। ਖੁਦਾ ਨੇ ਉਹਨਾਂ ਨੂੰ 3 ਤਿਉਹਾਰ ਮਨਾਉਣ ਦੇ ਲਈ ਆਖਿਆ ਹੈ। ਖੁੰਜ ਦੇ ਗ੍ਰੰਥ ਉਹਦਾ 23 ਬਾਬ ਦੇ 14 ਐ ਤੋਂ ਲੈ ਕੇ 17 ਐ ਤੱਕ ਲਿਖਿਆ ਹੈ ਕਿ 3 ਤਿਉਹਾਰ ਮਨਾਉਣ ਦੇ ਲਈ ਖੁਦਾ ਨੇ ਉਹਨਾਂ ਨੂੰ ਆਦੇਸ਼ ਦਿੱਤਾ ਹੈ। ਪਹਿਲਾ ਹੈ ਪਸਖਾ ਦਾ ਤਿਉਹਾਰ। ਇਹ ਮਾਰਚ ਜਾਂ ਅਪ੍ਰੈਲ ਮਹੀਨੇ ਵਿੱਚ ਮਨਾਏ ਜਾਂਦੇ ਹਨ। ਜਿਸ ਤਿਉਹਾਰ ਦੇ ਸਮੇਂ ਯਹੂਦੀ ਲੋਕ ਉਸ ਘਟਨਾ ਨੂੰ ਯਾਦ ਕਰਦੇ ਹਾਂ ਕਿ ਖੁਦਾ ਨੇ ਉਹਨਾਂ ਦੇ ਲਈ ਕੀਤੇ ਹਨ ਕਿ ਮਿਸਰ ਦੇਸ਼ ਦੇ ਗੁਲਾਮੀ ਤੋਂ ਬਚਾ ਕੇ ਲੈ ਕੇ ਆਏ ਹਨ ਅਤੇ ਉਸ ਦੇ ਯਾਦਗਾਰੀ ਦੇ ਵਿੱਚ ਪਸਖਾ ਦਾ ਤਿਉਹਾਰ ਮਨਾਉਣ ਦੇ ਲਈ ਖੁਦਾ ਨੇ ਮਨਾਇਆ ਸੀ। ਦੂਸਰਾ ਹੈ ਪੰਤਕੋਸਤ ਦਾ ਤਿਉਹਾਰ। ਇਹ ਉਹਨਾਂ ਦੇ ਵਾਢੀ ਦਾ ਤਿਉਹਾਰ ਹੈ ਕਿ ਇਹ ਵਾਢੀ ਦਾ ਆਖਰੀ ਦਿਨ ਹੈ। ਪੰਤਕੋਸਤ ਵਾਲੇ ਦਿਨ ਨੂੰ ਉਹਨਾਂ ਨੇ ਇਹ ਮਨਾਈ ਜਾਂਦਾ ਹੈ। ਤੀਸਰਾ ਹੈ ਤੰਬੂਆਂ ਦੇ ਤਿਉਹਾਰ। ਉਸ ਦੇ ਵਿੱਚ ਇਹ ਯਾਦ ਕਰਦੇ ਹਾਂ ਕਿ ਮਿਸਰ ਦੇਸ਼ ਦੇ ਵਿੱਚੋਂ ਬਾਹਰ ਆਉਣ ਦੇ ਬਾਅਦ 40 ਸਾਲ ਇਸਰਾਏਲੀ ਲੋਕ ਤੰਬੂਆਂ ਵਿੱਚ ਰਹੇ ਹਨ ਅਤੇ ਉਸਦੇ ਯਾਦਗਾਰੀ ਵਿੱਚ ਤੰਬੂਆਂ ਦੇ ਤਿਉਹਾਰ ਮਨਾਉਂਦਾ ਸੀ। ਅਤੇ ਇਸ ਤਿਉਹਾਰ ਦੇ ਸਮੇਂ ਯਹੂਦੀ ਲੋਕਾਂ ਦੇ ਸਾਰੇ ਮਰਦ ਯਰੂਸ਼ਲਮ ਵਿੱਚ ਰਹਿੰਦੇ ਹਨ ਜਾਂ ਉਹਦੇ ਲਾਗੇ ਰਹਿੰਦੇ ਹਨ। ਉਹ ਸਾਰੇ ਯਰੂਸ਼ਲਮ ਮੰਦਰ ਵਿੱਚ ਆ ਕੇ ਉਸਦੇ ਬਲੀ ਚੜਾਉਣਾ ਜਾਂ ਪੂਜਾ ਵਿਧੀ ਵਿੱਚ ਹਿੱਸਾ ਲੈਣਾ ਹੈ। ਇਸ ਲਈ ਇਹ ਤਿਉਹਾਰ ਉਹਨਾਂ ਦੇ ਲਈ ਬਹੁਤ ਖਾਸੀਅਤ ਸੀ। ਖੁਦਾ ਨੇ ਹੁਣ ਆਪਣੇ ਮੁਕਤੀ ਦੇ ਕੰਮਾਂ ਦੇ ਵਿੱਚ ਇਹ ਤਿਉਹਾਰ ਦਾ ਦਿਨ ਮਨਾਇਆ ਸੀ ਕਿ ਸਾਰੇ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ। ਅਤੇ ਇਹ ਗੱਲ ਖੁਦਾ ਦੇ ਮਨ ਦੇ ਵਿੱਚ ਪਹਿਲੇ ਸੀ ਅਤੇ ਖੁਦਾ ਨੇ ਇਸ ਤਿਉਹਾਰ ਪ੍ਰਭੂ ਯਿਸੂ ਦੇ ਜਨਮ ਤੋਂ ਪਹਿਲਾਂ ਹੀ ਸਭ ਕੁਝ ਤਿਆਰ ਕੀਤੇ ਹਨ ਅਤੇ
खुदा ने इस त्योहार वाले दिन चेलिया उते पवित्र आत्मा कलिया है ਅਤੇ ਪਾਕਮਾ ਕਲੀਸਿਆ ਦੇ ਸਥਾਪਿਤ ਹੋ ਗਏ ਹਨ। ਪੰਤਕੋਸਤ ਵਾਲਾ ਦਿਨ ਹੈ ਕਲੀਸਿਆ ਦਾ ਜਨਮ ਦਿਨ, ਤੇ ਖੁਦਾ ਨੇ ਇਸ ਦਿਨ ਚੁਣਿਆ ਹੈ ਕਿ ਇਸ ਪਵਿੱਤਰ ਆਤਮਾ ਨੂੰ ਚੇਲਿਆ ਉਤੇ ਉਤਰਨ ਦੇ ਲਈ, ਅਤੇ ਉਸ ਦਾ ਵੀ ਕਾਰਨ ਵੀ ਹੈ। ਯਹੂਦੀ ਲੋਕ ਪੰਤਕੋਸਤ ਤਿਉਹਾਰ ਵਾਲੇ ਦਿਨ ਇਹ ਯਾਦ ਕਰਦਾ ਸੀ ਕਿ ਜਿਹੜੇ ਖੁਦਾ ਨੇ ਉਹਨਾਂ ਦੇ ਨਾਲ ਪ੍ਰਤਿਗਿਆ ਕੀਤੀ ਹੈ ਕਿ ਉਹ ਉਹਨਾਂ ਦੇ ਖੁਦਾ ਹੋਣਗੇ ਅਤੇ ਯਹੂਦੀ ਲੋਕ ਖੁਦਾ ਦੇ ਲੋਕ ਹੋਣਗੇ। ਤੇ ਉਸੇ ਦਿਨ ਖੁਦਾ ਨੇ ਸਾਰੇ ਮਨੁੱਖ ਜਾਤੀ ਦੇ ਨਾਲ ਇੱਕ ਨਇਆ ਪ੍ਰਤਿਗਿਆ ਕੀਤੀ ਹੈ, ਜੋ ਪ੍ਰਤਿਗਿਆ ਪ੍ਰਭੂ ਯਿਸੂ ਨੇ ਆਪਣੇ ਸਲੀਬ ਦੇ ਉੱਤੇ ਆਪਣੇ ਖੂਨ ਬਹਾ ਕੇ ਮੋਹਰ ਲਗਾਏ ਹਨ ਕਿ ਪ੍ਰਭੂ ਯਿਸੂ ਦੇ ਰਾਹੀਂ ਹਰ ਇੱਕ ਨੂੰ ਨਵਾਂ ਜੀਵਨ ਮਿਲੇਗਾ, ਅਤੇ ਜੋ ਕੋਈ ਉਸ ਉੱਤੇ ਵਿਸ਼ਵਾਸ ਰੱਖਦੇ ਹਨ ਉਹ ਸਾਰੇ ਬਚਾਏ ਜਾਣਗੇ। ਦੂਸਰੀ ਗੱਲ ਇਹ ਹੈ ਕਿ ਪੰਤਕੋਸਤ ਵਾਲੇ ਤਿਉਹਾਰ ਵਾਲੇ ਦਿਨ ਯਹੂਦੀ ਲੋਕ ਖੁਦਾ ਵੱਲੋਂ ਦਿੱਤੇ ਹੋਏ 10 ਹੁਕਮਾਂ ਦੇ ਨੂੰ ਯਾਦ ਕਰਦਾ ਸੀ ਕਿ ਸੀਨਾਈ ਪਹਾੜ ਉੱਤੇ ਖੁਦਾ ਨੇ ਮੂਸਾ ਨਬੀ ਦੇ ਰਾਹੀਂ ਉਹਨਾਂ ਨੂੰ 10 ਹੁਕਮਾਂ ਦੇ ਦਿੱਤੇ ਹਨ, ਤੇ ਪੰਤਕੋਸਤ ਵਾਲਾ ਦਿਨ ਖੁਦਾ ਨੇ ਉਹਨਾਂ ਨੂੰ ਇੱਕ ਨਵਾਂ ਆਗਿਆ ਦਿੱਤੀ ਹੈ, ਨਵਾਂ ਹੁਕਮ ਦਿੱਤੀ ਹੈ। ਯੋਹਨਾ ਦੇ ਅੰਜੀਲ 13 ਬਾਬ ਦੇ 34 ਐਤ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਇੱਕ ਦੂਸਰੇ ਨੂੰ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ। ਤੀਸਰੀ ਗੱਲ ਇਹ ਹੈ ਕਿ ਪੰਤਕੋਸਤ ਵਾਲੇ ਤਿਉਹਾਰ ਵਾਲੇ ਦਿਨ ਯਹੂਦੀ ਲੋਕ ਉਸ ਗੱਲ ਨੂੰ ਯਾਦ ਕਰਦੇ ਹਾਂ ਕਿ ਖੁਦਾ ਨੇ ਪੱਤਰ ਦੇ ਉੱਤੇ ਉਹਨਾਂ ਨੂੰ ਉਹ 10 ਹੁਕਮਾਂ ਲਿਖ ਕੇ ਦੇ ਦਿੱਤੇ ਹਨ, ਤੇ ਪੰਤਕੋਸਤ ਵਾਲਾ ਦਿਨ ਖੁਦਾ ਨੇ ਹਰ ਇੱਕ ਵਿਸ਼ਵਾਸੀ ਦੇ ਦਿਲ ਦੇ ਉੱਤੇ ਇਹ ਨਵਾਂ ਨਿਯਮ ਲਿਖਿਆ ਹੈ ਕਿ ਉਹੀ ਹੈ ਇੱਕ ਦੂਸਰੇ ਨੂੰ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ। ਚੌਥੀ ਗੱਲ ਇਹ ਹੈ ਕਿ ਉਹ ਵਾਢੀ ਦਾ ਤਿਉਹਾਰ ਸੀ ਕਿ ਯਹੂਦੀ ਲੋਕ ਵਾਢੀ ਕਰਨ ਦੇ ਬਾਅਦ 5ਵਾਂ ਦਿਨ ਯਰੂਸ਼ਲਮ ਮੰਦਰ ਵਿੱਚ ਆ ਕੇ ਖੁਦਾ ਦੇ ਧੰਨਵਾਦ ਕਰਦਾ ਸੀ, ਤੇ ਉਸੇ ਦਿਨ ਖੁਦਾ ਨੇ ਪਵਿੱਤਰ ਆਤਮਾ ਨੂੰ ਚੇਲਿਆਂ ਉੱਤੇ ਘੱਲਿਆ ਅਤੇ ਸਾਰੇ ਰੂਹਾਂ ਨੂੰ ਇਕੱਠੇ ਕਰਨ ਦਾ ਉਹ ਪਵਿੱਤਰ ਆਤਮਾ ਦਾ ਕੰਮ ਹੈ ਕਿ ਸਾਰੇ ਰੂਹਾਂ ਨੂੰ ਬਚਾਉਣ ਦਾ ਜਾਂ ਇਕੱਠੇ ਕਰਨ ਦਾ ਉਹ ਕੰਮ ਖੁਦਾ ਨੇ ਸ਼ੁਰੂ ਕੀਤੀ ਹੈ। ਅਤੇ ਉਹ ਵਾਢੀ ਉੱਤੇ ਖਤਮ ਨਹੀਂ ਹੁੰਦੇ ਹਨ ਜਦੋਂ ਤੱਕ ਸਾਰੇ ਰੂਹ ਨਹੀਂ ਬਚ ਜਾਂਦੇ ਹਨ, ਜਾਂ ਸਾਰੇ ਰੂਹਾਂ ਨੂੰ ਖੁਦਾ ਦੇ ਨਾਲ ਜੋੜਨ ਦੇ ਬਾਅਦ ਇਹ ਵਾਢੀ ਦਾ ਸਮਾਂ ਖਤਮ ਹੁੰਦਾ ਹੈ। ਇਸ ਲਈ ਖੁਦਾ ਨੇ ਸ਼ੁਰੂ ਤੋਂ ਹੀ ਇਹ ਸਾਰੇ ਗੱਲ ਆਪਣੇ ਮਨ ਵਿੱਚ ਤਿਆਰੀ ਕੀਤੀ ਹੈ ਅਤੇ ਇਸ ਦਿਨ ਚੁਣਿਆ ਹੈ ਕਿ ਕਲੀਸਿਆ ਦੀ ਸਥਾਪਨਾ ਕਰਨ ਦੇ ਲਈ, ਅਤੇ ਇਸ ਦਿਨ ਤੋਂ ਕਲੀਸਿਆ ਦੇ ਰਾਹੀਂ ਹੁਣ ਖੁਦਾ ਆਪਣੇ ਕੰਮ ਕਰਦਾ ਹੈ ਕਿ ਹਰ ਇੱਕ ਜੀ ਨੂੰ ਬਚਾਉਣ ਦਾ, ਮੁਕਤੀ ਦੇਣ ਦਾ। ਦੂਸਰੀ ਗੱਲ ਇਹ ਹੈ ਕਿ ਅੱਜ ਦੇ ਵਚਨ ਦੇ ਰਾਹੀਂ ਅਸੀਂ ਪੜ੍ਹਦੇ ਹਾਂ ਕਿ ਚੇਲਿਆਂ ਦੇ ਉੱਤੇ 2 ਵਾਰੀ ਪਵਿੱਤਰ ਆਤਮਾ ਉਤਰਦਾ ਹੈ। ਅਜੇ ਪਹਿਲੇ ਪਾਠ ਦੇ ਵਿੱਚ ਅਸੀਂ ਇਹ ਸੁਣਿਆ ਹੈ ਕਿ ਜਦੋਂ ਚੇਲਿਆਂ ਨੇ ਮਾਂ ਮਰੀਮ ਦੇ ਨਾਲ ਇੱਕ ਕਮਰੇ ਵਿੱਚ ਬੈਠ ਕੇ ਪ੍ਰਾਰਥਨਾ ਕਰਦਾ ਸੀ, ਉਸ ਸਮੇਂ ਪਵਿੱਤਰ ਆਤਮਾ ਜੀਵਾਂ ਦੇ ਰੂਪ ਦੇ ਵਿੱਚ ਚੇਲਿਆਂ ਉੱਤੇ ਉਤਰਿਆ ਹੈ। ਅੰਜੀਲ ਦੇ ਵਿੱਚ ਅਸੀਂ ਇਹ ਸੁਣਿਆ ਹੈ ਕਿ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਬਾਅਦ ਚੇਲਿਆਂ ਦੇ ਸਾਹਮਣੇ ਪ੍ਰਗਟ ਹੋ ਗਏ ਹਨ ਅਤੇ ਉਹਨਾਂ ਦੇ ਉੱਤੇ ਸੱਸ ਫੂਕਿਆ ਅਤੇ ਕਿਹਾ ਰੂਹ ਪਾਕ ਲਿਓ। ਇਸੇ ਤਰ੍ਹਾਂ 2 ਵਾਰੀ ਚੇਲਿਆਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤੇ ਹਨ, ਅਸੀਂ ਵਚਨ ਦੇ ਵਿੱਚ ਸੁਣਿਆ ਹੈ ਅਤੇ ਪੜ੍ਹਦੇ ਹਾਂ। ਇਸ ਦਾ ਮਤਲਬ ਕੀ ਹੈ? ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਜਦੋਂ ਜੀ ਉੱਠਣ ਦੇ ਬਾਅਦ, ਪ੍ਰਭੂ ਯਿਸੂ ਮਸੀਹ ਨੇ ਮੁਰਦਿਆਂ ਵਿੱਚ ਜੀ ਉੱਠਣ ਦੇ ਬਾਅਦ ਆਪਣੇ ਚੇਲਿਆਂ ਨੂੰ ਦਰਸ਼ਨ ਦੇ ਦਿੱਤੇ ਹਨ ਅਤੇ ਉਹਨਾਂ ਦੇ ਉੱਤੇ ਸਾਫ਼ ਫੂਕਿਆ, ਪਵਿੱਤਰ ਆਤਮਾ ਦੇ ਦਿੱਤੇ ਹਨ। ਉਸ ਦੇ ਰਾਹੀਂ ਉਹਨਾਂ ਦੇ ਸਾਰੇ ਗੁਨਾਹ ਮਾਫ ਹੋ ਗਏ ਹਨ ਅਤੇ ਉਹਨਾਂ ਨੂੰ ਇਹ ਆਦੇਸ਼ ਦਿੱਤਾ ਹੈ ਕਿ ਜੇਕਰ ਤੁਸੀਂ ਕਿਸੇ ਦੇ ਪਾਪ ਮਾਫ ਕਰੋਗੇ
ਤਾਂ ਮਾਫ ਕੀਤੇ ਜਾਣਗੇ, ਜੇਕਰ ਤੁਸੀਂ ਕਿਸੇ ਦਾ ਪਾਪ ਕਾਇਮ ਰੱਖੋਗੇ ਉਹ ਕਾਇਮ ਰਹਿਣਗੇ। ਅਤੇ ਉਹਨਾਂ ਦੇ ਸਾਰੇ ਗੁਨਾਹ ਪ੍ਰਭੂ ਯਿਸੂ ਮਸੀਹ ਨੇ ਮਾਫ ਕੀਤੇ ਹਨ, ਜੋ ਵੀ ਉਹਨਾਂ ਦੇ ਜੀਵਨ ਦੇ ਵਿੱਚ ਹੋ ਗਏ ਹਨ। ਉਹਨਾਂ ਨੂੰ ਮਾਫੀ ਮਿਲਣ ਦੇ ਰਾਹੀਂ ਉਹਨਾਂ ਨੂੰ ਸ਼ਾਂਤੀ ਮਿਲਿਆ ਹੈ। ਪ੍ਰਭੂ ਯਿਸੂ ਮਸੀਹ ਉਹਨਾਂ ਦੇ ਕੋਲ ਆਉਣ ਦੇ ਰਾਹੀਂ ਜੋ ਸ਼ਾਂਤੀ ਪ੍ਰਭੂ ਯਿਸੂ ਨੇ ਵਾਅਦਾ ਕੀਤਾ ਸੀ ਉਹ ਉਹਨਾਂ ਨੂੰ ਮਿਲਿਆ ਹੈ। ਜਿਸ ਤਰ੍ਹਾਂ ਯੋਹੰਨਾ ਦੇ ਅੰਜੀਲ ਉਹਦਾ 14 ਬਾਬ ਦੇ 27 ਐਤ ਦੇ ਵਿੱਚ ਜੋ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਵਾਅਦਾ ਕੀਤਾ ਸੀ ਉਹੀ ਸ਼ਾਂਤੀ ਉਹਨਾਂ ਨੂੰ ਮਿਲਿਆ ਹੈ। ਸ਼ਾਂਤੀ ਮੈਂ ਤੁਹਾਡੇ ਲਈ ਛੱਡ ਜਾਂਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਮੈਂ ਉਸ ਤਰ੍ਹਾਂ ਨਹੀਂ ਦਿੰਦਾ ਹਾਂ ਜਿਸ ਤਰ੍ਹਾਂ ਸੰਸਾਰ ਦਿੰਦਾ ਹੈ। ਤੁਹਾਡੇ ਦਿਲ ਨਾ ਘਬਰਾਉਣ ਅਤੇ ਨਾ ਹੀ ਡਰਨ। ਖੁਦਾ ਨੇ ਉਹ ਸ਼ਾਂਤੀ ਜੋ ਉਹਨਾਂ ਨੂੰ ਵਾਅਦਾ ਕੀਤਾ ਸੀ ਉਹੀ ਸ਼ਾਂਤੀ ਉਹਨਾਂ ਨੂੰ ਮਿਲਿਆ ਹੈ। ਤੇ ਉਹਨਾਂ ਨੂੰ ਸ਼ਾਂਤੀ ਮਿਲਣ ਦੇ ਬਾਅਦ ਉਹਨਾਂ ਨੂੰ ਖੁਸ਼ੀ ਵੀ ਮਿਲਿਆ ਹੈ, ਜੋ ਖੁਸ਼ੀ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਵਾਅਦਾ ਕੀਤਾ ਸੀ, ਜੋ ਯੋਹੰਨਾ ਦੇ ਅੰਜੀਲ 15 ਬਾਬ ਦੇ 11 ਐਤ ਦੇ ਵਿੱਚ ਲਿਖਿਆ ਹੈ, ਮੇਰਾ ਆਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਆਨੰਦ ਭਰਪੂਰ ਹੋਵੇ। ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਬਾਅਦ ਉਹਨਾਂ ਨੂੰ ਦਰਸ਼ਨ ਦਿੱਤੇ ਹਨ। ਪਵਿੱਤਰ ਆਤਮਾ ਉਹਨਾਂ ਨੇ ਪ੍ਰਦਾਨ ਕੀਤੀ ਹੈ ਅਤੇ ਉਸ ਦੇ ਰਾਹੀਂ ਉਹਨਾਂ ਨੂੰ ਗੁਨਾਹਾਂ ਤੋਂ ਮਾਫੀ ਮਿਲਿਆ ਹੈ, ਉਹਨਾਂ ਨੂੰ ਸ਼ਾਂਤੀ ਮਿਲੇ ਹਨ ਅਤੇ ਉਹਨਾਂ ਨੂੰ ਖੁਸ਼ੀ ਵੀ ਮਿਲੀ ਹੈ। ਦੂਸਰਾ ਪਵਿੱਤਰ ਆਤਮਾ ਚੇਲਿਆਂ ਉੱਤੇ ਉਤਰਨਾ ਉਹ ਪੰਦਕੁਸਤ ਵਾਲਾ ਦਿਨ ਸੀ ਅਤੇ ਉਸ ਦਿਨ ਪਵਿੱਤਰ ਆਤਮਾ ਉਹਨਾਂ ਉੱਤੇ ਉਤਰਿਆ ਹੈ ਅਤੇ ਉਸ ਦੇ ਰਾਹੀਂ ਉਹਨਾਂ ਨੂੰ ਪਵਿੱਤਰ ਆਤਮਾ ਦਾ ਬਖਸ਼ਿਸ਼ ਅਤੇ ਪਵਿੱਤਰ ਆਤਮਾ ਦਾ ਫਲ ਉਹਨਾਂ ਨੂੰ ਮਿਲਿਆ ਹੈ। ਪਵਿੱਤਰ ਆਤਮਾ ਦੇ ਬਖਸ਼ਿਸ਼ ਉਹ ਹਨ ਹਿਕਮਤ, ਸਲਾਹ, ਮਜ਼ਬੂਤੀ, ਈਮਾਨ, ਦੀਨਦਾਰੀ ਅਤੇ ਖੁਦਾ ਦਾ ਖੌਫ। ਇਹ ਸਭ ਕੁਝ ਉਹਨਾਂ ਨੂੰ ਮਿਲਿਆ ਹੈ। ਇਹ ਸਭ ਕੁਝ ਮਿਲਣ ਦੇ ਬਾਅਦ ਉਹਨਾਂ ਨੇ ਜਾ ਕੇ ਦਲੇਰੀ ਦੇ ਨਾਲ ਖੁਦਾ ਦਾ ਰਾਜ ਦਾ ਪ੍ਰਚਾਰ ਕੀਤੀ ਹੈ। ਉਹਨਾਂ ਦੇ ਜੀਵਨ ਬਦਲ ਗਏ ਹਨ। ਉਸ ਸਮੇਂ ਤੱਕ ਚੇਲੇ ਡਰ ਦੇ ਮਾਰੇ ਆਪਣੇ ਘਰ ਵਿੱਚ ਬੈਠੇ ਸੀ, ਕਮਰਾ ਬੰਦ ਕਰਕੇ ਅੰਦਰ ਬੈਠੇ ਸੀ। ਕਈਆਂ ਨੇ ਆਪਣੇ ਪੁਰਾਣੇ ਕੰਮਾਂ ਵਿੱਚ ਚਲੇ ਗਏ ਹਨ। ਭਾਵੇਂ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਗਏ ਹਨ, ਪਰ ਉਹਨਾਂ ਦੇ ਵਿੱਚ ਉਹ ਦਲੇਰੀ ਨਹੀਂ ਆਏ ਹਨ। ਪਰ ਪਵਿੱਤਰ ਆਤਮਾ ਉਹਨਾਂ ਉੱਤੇ ਉਤਰਨ ਦੇ ਬਾਅਦ ਪਵਿੱਤਰ ਆਤਮਾ ਦੇ ਬਖਸ਼ਿਸ਼ ਉਹਨਾਂ ਨੂੰ ਮਿਲਿਆ ਹੈ ਪੰਦਕੁਸਤ ਵਾਲਾ ਦਿਨ, ਅਤੇ ਉਸ ਦੇ ਬਾਅਦ ਉਹਨਾਂ ਦੇ ਜੀਵਨ ਬਦਲ ਗਏ ਹਨ। ਉਸ ਸਮੇਂ ਤੱਕ ਯਹੂਦੀ ਲੋਕਾਂ ਤੋਂ ਡਰਦੇ ਮਾਰੇ ਬੈਠੇ ਚੇਲੇ ਉਹਨਾਂ ਦੇ ਸਾਹਮਣੇ ਖੜੇ ਹੋ ਕੇ ਪ੍ਰਭੂ ਯਿਸੂ ਦੇ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤੀ ਹੈ ਕਿ ਜਿਸ ਪ੍ਰਭੂ ਯਿਸੂ ਨੂੰ ਤੁਸੀਂ ਸਲੀਬੀ ਮੌਤ ਦੇ ਦਿੱਤੇ ਹਨ ਉਹ ਮੁਰਦਿਆਂ ਵਿੱਚ ਜੀ ਉੱਠਿਆ ਹੈ ਅਤੇ ਅਸੀਂ ਸਾਰੇ ਉਸ ਦੇ ਲਈ ਗਵਾਹ ਹਨ। ਇਸੇ ਤਰ੍ਹਾਂ ਪੂਰੇ ਦਲੇਰ ਦੇ ਨਾਲ ਉਹਨਾਂ ਨੇ ਪ੍ਰਚਾਰ ਕੀਤੀ ਹੈ। ਦੂਸਰੀ ਗੱਲ, ਉਹਨਾਂ ਨੂੰ ਪਵਿੱਤਰ ਆਤਮਾ ਦੇ 7 ਬਖਸ਼ਿਸ਼ਾਂ ਮਿਲਣ ਦੇ ਬਾਅਦ ਅਤੇ ਉਹਨਾਂ ਨੇ ਪੂਰੇ ਖੁਦਾ ਦੇ ਵਚਨ ਦੇ ਅਰਥ ਲੋਕਾਂ ਨੂੰ ਦੱਸਿਆ ਹੈ। ਉਹ ਚੇਲੇ ਸਾਰੇ ਅਨਪੜ੍ਹ ਲੋਕ ਸੀ, ਫਿਰ ਵੀ ਉਹਨਾਂ ਨੇ ਖੁਦਾ ਦੇ ਵਚਨਾਂ ਨੂੰ ਲੋਕਾਂ ਦੇ ਨਾਲ ਸਾਂਝਾ ਕੀਤਾ ਹੈ, ਦੱਸਿਆ ਹੈ ਅਤੇ ਲੋਕਾਂ ਨੇ ਭਾਵੇਂ ਉਹ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਹਨ, ਉਹਨਾਂ ਹਰ ਇੱਕ ਨੂੰ ਉਸ ਦਾ ਅਰਥ ਸਮਝ ਲੱਗਿਆ ਹੈ ਕਿ ਪਵਿੱਤਰ ਆਤਮਾ ਦੇ ਮਦਦ ਦੇ ਰਾਹੀਂ ਉਹਨਾਂ ਨੇ ਪੂਰੇ ਗਿਆਨ ਦੇ ਨਾਲ, ਦਲੇਰ ਦੇ ਨਾਲ, ਦਨਾਈ ਦੇ ਨਾਲ ਉਹਨਾਂ ਨੇ ਪ੍ਰਚਾਰ ਕੀਤੇ ਹਨ ਅਤੇ ਲੋਕਾਂ ਨੂੰ ਉਸ ਦਾ ਅਰਥ ਨੂੰ ਸਮਝ ਲੱਗਿਆ ਹੈ। ਤੇ ਪਵਿੱਤਰ ਆਤਮਾ ਉਹਨਾਂ ਉੱਤੇ ਉਤਰਨ ਦੇ ਰਾਹੀਂ ਉਹਨਾਂ ਨੂੰ ਮਿਲਿਆ ਹੈ। ਤੇ ਉਹਨਾਂ ਦੇ ਜੀਵਨ ਦੇ ਵਿੱਚ ਅਸੀਂ ਪਵਿੱਤਰ ਆਤਮਾ ਦੇ ਉਹ ਫਸਲਾਂ ਦੇਖਦੇ ਹਾਂ, ਜਿਸ ਤਰ੍ਹਾਂ ਸੰਤ ਪੌਲਸ ਦੇ ਗਲੇਸ਼ੀਆਂ ਦੇ ਖੱਤ ਉਸਦਾ 6 ਬਾਬ ਦੇ 22 ਅਤੇ 23 ਇਹਦੇ ਵਿੱਚ ਲਿਖਿਆ ਹੈ, ਰੂਹ ਦਾ ਫਲ ਹੈ ਪਿਆਰ, ਆਨੰਦ, ਸ਼ਾਂਤੀ, ਸਬਰ, ਸਹਿਨਸ਼ੀਲਤਾ, ਦਇਆ, ਉਦਾਰਤਾ, ਵਫਾਦਾਰੀ, ਨਿਮਰਤਾ ਅਤੇ ਆਤਮ ਸੰਯਮ। ਚੇਲਿਆਂ ਦੇ ਜੀਵਨ ਦੇ ਵਿੱਚ ਅਸੀਂ ਇਹ ਵੇਖਦੇ ਹਾਂ ਕਿ ਪਵਿੱਤਰ ਆਤਮਾ ਉਹਨਾਂ ਉੱਤੇ ਉਤਰਨ ਦੇ ਬਾਅਦ ਜਦੋਂ ਉਹਨਾਂ ਨੇ ਦਲੇਰੀ ਦੇ ਨਾਲ, ਵਿਸ਼ਵਾਸ ਦੇ ਨਾਲ ਪ੍ਰਭੂ ਯਿਸੂ ਦੇ ਬਾਰੇ ਪ੍ਰਚਾਰ ਕੀਤੇ ਹਨ, ਗਵਾਹੀ ਦੇ ਦਿੱਤੇ ਹਨ ਅਤੇ ਉਸ ਸਮੇਂ ਉਹਨਾਂ ਦੇ ਉੱਤੇ ਅਤਿਆਚਾਰ ਆ ਗਏ ਹਨ, ਉਹਨਾਂ ਉੱਤੇ ਹਮਲਾ ਕੀਤੇ ਹਨ। ਲੋਕਾਂ ਨੇ ਉਸ ਨੂੰ ਇਨਕਾਰ ਕੀਤਾ ਹੈ, ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਹੋ ਗਏ ਹਨ। ਯੂਹੰਨਾ ਤੋਂ ਇਲਾਵਾ ਬਾਕੀ ਸਾਰੇ ਚੇਲੇ
ਸ਼ਹੀਦ ਹੋ ਗਏ ਹਨ, ਪਰ ਉਹਨਾਂ ਸਾਰਿਆਂ ਨੇ ਉਹਨਾਂ ਦੇ ਜੀਵਨ ਦੇ ਵਿੱਚ ਆਨੰਦ ਮਹਿਸੂਸ ਕੀਤੇ ਹਨ, ਖੁਸ਼ੀ ਮਹਿਸੂਸ ਕੀਤੇ ਹਨ, ਹਰ ਇੱਕ ਨੂੰ ਪਿਆਰ ਕੀਤੇ ਹਨ, ਕੋਈ ਪੱਖਪਾਤ ਨਹੀਂ ਕੀਤੇ ਹਨ, ਹਰ ਇੱਕ ਦੇ ਨਾਲ ਵਫਾਦਾਰੀ ਨਾਲ ਜ਼ਿੰਦਗੀ ਬਿਤਾਏ ਹਨ, ਸਭ ਕੁਝ ਸਾਂਝਾ ਕੀਤਾ ਹੈ, ਸਹਿਨਸ਼ੀਲਤਾ ਉਹਨਾਂ ਦੇ ਵਿੱਚ ਸੀ। ਇਸ ਲਈ ਪਵਿੱਤਰ ਆਤਮਾ ਦੇ ਫਲ ਅਸੀਂ ਉਹਨਾਂ ਦੇ ਜੀਵਨ ਦੇ ਵਿੱਚ ਵੇਖਿਆ ਹੈ। ਜਦੋਂ ਚੇਲਿਆਂ ਨੂੰ ਪਵਿੱਤਰ ਆਤਮਾ ਮਿਲੀ ਹੈ, ਪੰਤੇਕੋਸਤ ਵਾਲਾ ਦਿਨ ਉਹਨਾਂ ਦੇ ਜੀਵਨ ਬਦਲ ਗਏ ਹਨ। ਉਹਨਾਂ ਨੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਦੇ ਬਖਸ਼ਿਸ਼ਾਂ ਦੇ ਨਾਲ ਉਹਨਾਂ ਨੇ ਕੰਮ ਕੀਤੇ ਹਨ। ਪਵਿੱਤਰ ਆਤਮਾ ਦੇ ਫਲ ਉਹਨਾਂ ਦੇ ਜੀਵਨ ਦੇ ਵਿੱਚ ਅਸੀਂ ਵੇਖਿਆ ਹੈ ਅਤੇ ਉਹਨਾਂ ਦੇ ਜੀਵਨ ਬਦਲ ਗਏ ਹਨ ਅਤੇ ਇੱਕ ਨਵਾਂ ਜੀਵਨ ਸ਼ੁਰੂ ਕੀਤੇ ਹਨ। ਤੇ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਬਪਤਿਸਮਾ ਹੋ ਗਏ ਹਨ ਕਿ ਜਦੋਂ ਪ੍ਰਭੂ ਯਿਸੂ ਨੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਬਾਅਦ ਉਹਨਾਂ ਨੂੰ ਦਰਸ਼ਨ ਦੇ ਕੇ ਪਵਿੱਤਰ ਆਤਮਾ ਉਹਨਾਂ ਉੱਤੇ ਫੂਕਿਆ ਹੈ। ਤੇ ਪੰਤੇਕੋਸਤ ਵਾਲਾ ਦਿਨ ਇਸਤਕਲਾਲ ਦਾ ਸਾਕਰਮੈਂਟ ਚੇਲਿਆਂ ਦੇ ਹੋ ਗਏ ਹਨ ਅਤੇ ਉਸ ਦਿਨ ਪਵਿੱਤਰ ਪਾਕਮਾ ਕਲੀਸਿਆ ਦੀ ਸਥਾਪਨਾ ਹੋ ਗਈ ਹਨ ਅਤੇ ਹੁਣ ਚੇਲਿਆਂ ਦੇ ਪਵਿੱਤਰ ਆਤਮਾ ਮਿਲਣ ਦੇ ਬਾਅਦ ਪਾਕਮਾ ਕਲੀਸਿਆ ਦੇ ਰਾਹੀਂ ਹੁਣ ਸਾਨੂੰ ਉਹ ਨਵਾਂ ਜੀਵਨ ਮਿਲਦਾ ਹੈ ਅਤੇ ਅਸੀਂ ਵੀ ਹੁਣ ਖੁਦਾ ਦੇ ਸੰਤਾਨ ਹਨ। ਤੇ ਜੋ ਕੋਈ ਪ੍ਰਭੂ ਯਿਸੂ ਤੇ ਵਿਸ਼ਵਾਸ ਰੱਖ ਕੇ ਬਪਤਿਸਮੇ ਦੇ ਸਾਕਰਮੈਂਟ ਗ੍ਰਹਿਣ ਕਰਦੇ ਹਾਂ, ਉਹਨਾਂ ਹਰ ਇੱਕ ਦੇ ਗੁਨਾਹ ਮਾਫ ਕੀਤੇ ਜਾਂਦੇ ਹਨ। ਉਹਨਾਂ ਨੂੰ ਇੱਕ ਨਵਾਂ ਸ਼ਾਂਤੀ ਉਹਨਾਂ ਦੇ ਮਨ ਦੇ ਵਿੱਚ ਮਿਲਦਾ ਹੈ ਖੁਦਾ ਦੇ ਸੰਤਾਨ ਹੋਣ ਦਾ ਅਤੇ ਉਹਨਾਂ ਨੂੰ ਆਨੰਦ ਵੀ ਮਿਲਦਾ ਹੈ ਖੁਦਾ ਦੇ ਬੇਟੇ ਹੋਣ ਦਾ, ਖੁਦਾ ਦੇ ਬੱਚੇ ਹੋਣ ਦਾ। ਇਸੇ ਤਰ੍ਹਾਂ ਬਪਤਿਸਮੇ ਸਾਕਰਮੈਂਟ ਜਦੋਂ ਅਸੀਂ ਗ੍ਰਹਿਣ ਕਰਦੇ ਹਾਂ ਅਤੇ ਉਸ ਸਮੇਂ ਸਾਨੂੰ ਪਵਿੱਤਰ ਆਤਮਾ ਦੀ ਮਦਦ ਮਿਲਦਾ ਹੈ। ਪਵਿੱਤਰ ਆਤਮਾ ਜਦੋਂ ਸਾਡੇ ਜੀਵਨ ਦੇ ਵਿੱਚ ਆਵੇਗਾ, ਸਾਡੇ ਗੁਨਾਹ ਮਾਫ ਕੀਤੇ ਜਾਂਦੇ ਹਨ ਜਦੋਂ ਅਸੀਂ ਬਪਤਿਸਮੇ ਸਾਕਰਮੈਂਟ ਗ੍ਰਹਿਣ ਕਰਦੇ ਹਾਂ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪ੍ਰਭੂ ਯਿਸੂ ਦੇ ਬਾਰੇ ਗਵਾਹੀ ਦੇ ਦਿੱਤੇ ਹਨ। ਲੂਕਾ ਦੇ ਅੰਜੀਲ 3 ਬਾਬ ਦੇ 16 ਦੇ ਵਿੱਚ ਅਸੀਂ ਪੜ੍ਹਦੇ ਹਾਂ, ਯੂਹੰਨਾ ਨੇ ਉਹਨਾਂ ਸਾਰਿਆਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਉਹ ਆ ਰਿਹਾ ਹੈ ਜੋ ਮੇਰੇ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ, ਮੈਂ ਤਾਂ ਉਸ ਦੀ ਜੁੱਤੀ ਦੇ ਤਸਮੇ ਖੋਲਣ ਦੇ ਵੀ ਯੋਗ ਨਹੀਂ ਹਾਂ, ਉਹ ਤੁਹਾਨੂੰ ਰੂਹ ਪਾਕ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। ਤੇ ਜੋ ਬਪਤਿਸਮਾ ਦੇ ਬਾਰੇ ਯੂਹੰਨਾ ਨੇ ਦੱਸਿਆ ਹੈ ਕਿ ਪ੍ਰਭੂ ਯਿਸੂ ਦੇ ਰਾਹੀਂ ਮਿਲਣਾ ਹੈ ਅਤੇ ਉਹੀ ਬਪਤਿਸਮਾ ਚੇਲਿਆਂ ਨੂੰ ਦੇ ਦਿੱਤੇ ਹਨ ਅਤੇ ਹੁਣ ਉਹੀ ਬਪਤਿਸਮਾ ਸਾਨੂੰ ਪਾਕਮਾ ਕਲੀਸਿਆ ਦੇ ਰਾਹੀਂ ਸਾਨੂੰ ਮਿਲਦਾ ਹੈ ਅਤੇ ਪਵਿੱਤਰ ਆਤਮਾ ਦੇ ਮਦਦ ਦੇ ਰਾਹੀਂ ਸਾਡੇ ਵੀ ਗੁਨਾਹ ਮਾਫ ਹੁੰਦੇ ਹਨ ਜਦੋਂ ਅਸੀਂ ਬਪਤਿਸਮੇ ਦੇ ਸਾਕਰਮੈਂਟ ਗ੍ਰਹਿਣ ਕਰਦੇ ਹਾਂ। ਅਤੇ ਇਸਤਕਲਾਲ ਦੇ ਸਾਕਰਮੈਂਟ ਅਸੀਂ ਗ੍ਰਹਿਣ ਕਰਨ ਦੇ ਸਮੇਂ ਸਾਨੂੰ ਪਵਿੱਤਰ ਆਤਮਾ ਦੇ ਬਖਸ਼ਿਸ਼ਾਂ ਅਤੇ ਫਸਲ ਸਾਨੂੰ ਮਿਲਦਾ ਹੈ, ਸਾਨੂੰ ਮਜ਼ਬੂਤ ਬਣਾਈ ਜਾਂਦੇ ਹਨ ਜਦੋਂ ਅਸੀਂ ਇਸਤਕਲਾਲ ਦਾ ਸਾਕਰਮੈਂਟ ਗ੍ਰਹਿਣ ਕਰਦੇ ਹਾਂ। ਇਸ ਲਈ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਅਸੀਂ ਹੁਣ ਪਾਕਮਾ ਕਲੀਸਿਆ ਨਾਲ ਜੁੜੇ ਹਨ। ਪਾਕਮਾ ਕਲੀਸਿਆ ਦੇ ਰਾਹੀਂ ਸਾਨੂੰ ਬਪਤਿਸਮੇ ਦੇ ਸਾਕਰਮੈਂਟ ਮਿਲਿਆ ਹੈ, ਇਸਤਕਲਾਲ ਦੇ ਸਾਕਰਮੈਂਟ ਮਿਲਿਆ ਹੈ ਅਤੇ ਸਾਨੂੰ ਪਵਿੱਤਰ ਆਤਮਾ ਮਿਲਿਆ ਹੈ। ਹੁਣ ਸਾਡਾ ਜੀਵਨ ਪਾਕਮਾ ਕਲੀਸਿਆ ਨਾਲ ਜੁੜੇ ਹੋਣਾ ਹੈ। ਉਹ ਕਿਸ ਤਰ੍ਹਾਂ ਹੋਣਾ ਹੈ? ਅੱਜ ਦੂਜੇ ਪਾਠ ਦੇ ਰਾਹੀਂ ਸੰਤ ਪੌਲੋ ਸਾਨੂੰ ਦੱਸਦਾ ਹੈ ਕੋਰਿੰਥੀਓਸ ਦੇ ਲਿਖੇ ਹੋਏ ਖੱਤ ਦੇ ਰਾਹੀਂ। ਉਸ ਦੇ ਵਿੱਚ ਕੋਰਿੰਥੀਓਸ ਦੇ ਖੱਤ ਉਹਦਾ 12 ਬਾਬ ਦੇ ਪਹਿਲੇ ਇਹ ਤੋਂ ਅਸੀਂ ਇਹ ਪੜ੍ਹਦੇ ਹਾਂ ਕਿ ਵੱਖ-ਵੱਖ ਦਾਤਾਂ ਦੇ ਬਾਰੇ ਸਾਨੂੰ ਦੱਸਦਾ ਹੈ। ਪ੍ਰਭੂ ਯਿਸੂ ਮਸੀਹ ਹੈ ਕਲੀਸਿਆ ਦੇ ਸਿਰ ਤੇ ਅਸੀਂ ਸਾਰੇ ਉਸ ਦੇ ਅੰਗ ਹਨ ਅਤੇ ਉਹਦੇ ਮੈਂਬਰਾਂ ਨੂੰ ਵੱਖ-ਵੱਖ ਦਾਤਾਵਾਂ ਪ੍ਰਭੂ ਨੇ ਦਿੱਤੇ ਹਨ ਅਤੇ ਉਸ ਵੱਖ-ਵੱਖ ਦਾਤਾਂ ਦੇ ਰਾਹੀਂ ਜੋ ਪਵਿੱਤਰ ਆਤਮਾ ਨੇ ਸਾਨੂੰ ਮਿਲਿਆ ਹੈ ਉਸ ਦੇ ਰਾਹੀਂ ਅਸੀਂ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਜ਼ਿੰਦਗੀ ਜਿਉਣਾ ਹੈ, ਕਿਵੇਂ ਅਸੀਂ ਅੱਗੇ ਵਧਣਾ ਹੈ, ਉਸ ਦੇ ਬਾਰੇ ਸੰਤ ਪੌਲੋ ਸਾਨੂੰ ਦੱਸਦਾ ਹੈ। ਉਹ ਵੱਖ-ਵੱਖ ਦਾਤਾਂ ਜੋ ਖੁਦਾ ਨੇ ਸਾਨੂੰ ਦਿੱਤੇ ਹਨ ਉਸ ਦੇ ਰਾਹੀਂ ਅਸੀਂ ਕਲੀਸਿਆ ਦੇ ਕੰਮ ਕਰਨਾ ਹੈ, ਉਹਦੇ ਲਈ ਖੁਦਾ ਨੇ ਸਾਨੂੰ ਉਹ ਦਾਤਾਂ ਦਿੱਤੇ ਹਨ। ਪਵਿੱਤਰ ਆਤਮਾ ਦੇ ਫਜ਼ਲਾਂ ਅਤੇ ਦਾਤਾਂ ਇਸ ਲਈ ਸਾਨੂੰ ਦਿੱਤੇ ਹਨ ਕਿ ਸਾਡੇ ਜੀਵਨ ਦੇ ਰਾਹੀਂ ਜੋ ਖੁਦਾ ਦੀ ਯੋਜਨਾ ਹੈ ਉਸ ਨੂੰ ਪੂਰੇ ਕਰਨ ਦੇ ਲਈ ਖੁਦਾ ਨੇ ਸਾਨੂੰ ਵੱਖ-ਵੱਖ ਦਾਤਾਵਾਂ ਦਿੱਤੇ ਹਨ ਅਤੇ ਉਸ ਦੇ ਰਾਹੀਂ ਉਹ ਦਾਤਾਵਾਂ ਪੂਰਾ ਕਰਨ ਦੇ ਰਾਹੀਂ ਅਸੀਂ ਖੁਦਾ ਦੀ ਮਹਿਮਾ ਕਰਨਾ ਹੈ ਅਤੇ ਕਲੀਸਿਆ ਦੇ ਉਸਾਰੀ ਦੇ ਲਈ ਕੰਮ ਕਰਨਾ ਹੈ।
ਦੂਸਰੀ ਗੱਲ ਇਹ ਹੈ ਕਿ ਉਹ ਦਾਤਾਂ ਦੇ ਰਾਹੀਂ ਅਸੀਂ ਦੂਸਰੇ ਮੈਂਬਰਾਂ ਦੇ ਭਲਾਈ ਦੇ ਲਈ ਕੰਮ ਕਰਨਾ ਹੈ। ਜਿਹੜੇ ਲੋੜਵੰਦ ਹਨ, ਜ਼ਰੂਰਤਾਂਮੰਦ ਹਨ, ਉਹਨਾਂ ਹਰ ਇੱਕ ਦੇ ਅਸੀਂ ਮਦਦ ਕਰਨਾ ਹੈ। ਹਰ ਇੱਕ ਮੈਂਬਰਾਂ ਦੇ ਲੋੜਾਂ ਜ਼ਰੂਰਤਾਂ ਦੇ ਵਿੱਚ ਮਦਦ ਕਰਨ ਦੇ ਲਈ ਖੁਦਾ ਨੇ ਸਾਨੂੰ ਵੱਖ-ਵੱਖ ਦਾਤਾਂ ਦਿੱਤੇ ਹਨ, ਵੱਖ-ਵੱਖ ਫਲ ਦਿੱਤੇ ਹਨ। ਸਾਨੂੰ ਪਿਆਰ ਕਰਨ ਦਾ, ਸ਼ਾਂਤੀ ਦਾ, ਆਨੰਦ ਦਾ, ਏਕਤਾ ਦਾ, ਇਹ ਸਾਰੇ ਵਰਦਾਨ ਪ੍ਰਭੂ ਨੇ ਸਾਨੂੰ ਦਿੱਤੇ ਹਨ। ਵੱਖ-ਵੱਖ ਬੋਲੀਆਂ ਬੋਲਣ ਦਾ ਪ੍ਰਭੂ ਨੇ ਸਾਨੂੰ ਦਿੱਤੇ ਹਨ। ਭਵਿੱਖਬਾਣੀ ਕਰਨ ਦਾ ਵਰਦਾਨ ਪ੍ਰਭੂ ਨੇ ਸਾਨੂੰ ਦਿੱਤੇ ਹਨ। ਇਹ ਸਭ ਕੁਝ ਅਸੀਂ ਕਲੀਸਿਆ ਦੇ ਉਸਾਰੀ ਦੇ ਲਈ ਅਤੇ ਕਲੀਸਿਆ ਦੇ ਮੈਂਬਰਾਂ ਦੇ ਭਲਾਈ ਦੇ ਲਈ ਅਸੀਂ ਵਰਤਣਾ ਹੈ। ਅਤੇ ਜਿਸ ਤਰ੍ਹਾਂ ਪ੍ਰਭੂ ਯਿਸੂ ਨੇ ਸਾਰੇ ਮਨੁੱਖ ਜਾਤੀ ਦੇ ਲਈ ਭਲਾਈ ਦੇ ਕੰਮ ਕੀਤੇ ਹਨ, ਉਸੇ ਤਰ੍ਹਾਂ ਕਲੀਸਿਆ ਦੇ ਹਰ ਇੱਕ ਮੈਂਬਰ ਇੱਕ ਦੂਸਰੇ ਦਾ ਭਲਾਈ ਦੇ ਲਈ ਜ਼ਿੰਦਗੀ ਜਿਉਣਾ ਹੈ। ਜਿਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ ਹੈ, ਉਹਨਾਂ ਦੇ ਜੀਵਨ ਇਸ ਤਰ੍ਹਾਂ ਹੋਣਾ ਹੈ ਕਿ ਹਰੇਕ ਦੇ ਭਲਾਈ ਦੇ ਲਈ, ਕਲੀਸਿਆ ਦੇ ਉੱਨਤ ਜੀਵਨ ਦੇ ਲਈ ਸੰਤ ਪੌਲਸ ਅੱਜ ਦੇ ਦੂਜੇ ਪਾਠ ਦੇ ਰਾਹੀਂ ਸਾਨੂੰ ਦੱਸਦਾ ਹੈ। ਇਸ ਲਈ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਯੂਹੰਨਾ ਦੇ ਅੰਜੀਲ ਉਹਦਾ 15 ਬਾਬ ਦੇ ਅਸੀਂ ਇਹ ਪੜ੍ਹਦੇ ਹਾਂ ਕਿ 5 ਐਤ ਦੇ ਵਿੱਚ ਪ੍ਰਭੂ ਯਿਸੂ ਸਾਨੂੰ ਕਹਿੰਦਾ ਹੈ ਕਿ ਮੇਰੇ ਤੋਂ ਵੱਖ ਹੋ ਕੇ ਤੁਹਾਨੂੰ ਕੁਝ ਨਹੀਂ ਕਰ ਸਕਦੇ ਹਾਂ। ਇਹ ਗੱਲ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਰੀ ਖਾਣੇ ਦੇ ਸਮੇਂ ਦੱਸਿਆ ਸੀ। ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੇਰੇ ਤੋਂ ਵੱਖ ਹੋ ਕੇ ਤੁਹਾਨੂੰ ਕੁਝ ਨਹੀਂ ਕਰ ਸਕਦੇ ਹਾਂ। ਅਸੀਂ ਆਪਣੇ ਜੀਵਨ ਦੇ ਵਿੱਚ ਬਪਤਿਸਮੇ ਦੇ ਸਾਕਰਮੈਂਟ ਗ੍ਰਹਿਣ ਕੀਤੇ ਹਨ। ਪ੍ਰਭੂ ਯਿਸੂ ਮਸੀਹ ਦੇ ਬਾਰੇ ਅਸੀਂ ਜਾਣਿਆ ਹੈ। ਪ੍ਰਭੂ ਯਿਸੂ ਨੇ ਆਪਣੇ ਜੀਵਨ ਦੇ ਵਿੱਚ ਅਨੁਭਵ ਕੀਤੇ ਹਨ। ਅਸੀਂ ਵੱਖ-ਵੱਖ ਸਾਕਰਮੈਂਟਾਂ ਗ੍ਰਹਿਣ ਕੀਤੇ ਹਨ। ਇਸਤਕਲਾਲ ਦੇ ਸਾਕਰਮੈਂਟ ਗ੍ਰਹਿਣ ਕਰਕੇ ਅਸੀਂ ਮਜ਼ਬੂਤ ਹੋ ਗਏ ਹਨ। ਹੁਣ ਕਲੀਸਿਆ ਦੇ ਵਿੱਚ ਰਹਿ ਕੇ ਫਲ ਪੈਦਾ ਕਰਨ ਦੇ ਲਈ ਅਸੀਂ ਕੀ ਕਰਨਾ ਹੈ? ਸਾਡੇ ਜੀਵਨ ਦੇ ਰਾਹੀਂ ਹਰੇਕ ਦੇ ਭਲਾਈ ਦੇ ਲਈ ਅਸੀਂ ਕੀ ਕਰਨਾ ਹੈ? ਜੋ ਵੀ ਦਾਤਾਂ, ਜੋ ਵੀ ਬਖਸ਼ਿਸ਼ਾਂ, ਜੋ ਵੀ ਫਲ ਸਾਨੂੰ ਪਵਿੱਤਰ ਆਤਮਾ ਦੇ ਰਾਹੀਂ ਸਾਨੂੰ ਮਿਲਿਆ ਹੈ, ਉਸ ਦੇ ਵਿੱਚ ਜੀਵਨ ਜਿਉਣ ਦੇ ਲਈ ਅਸੀਂ ਕੀ ਕਰਨਾ ਹੈ? ਉਹਦੇ ਲਈ ਅਸੀਂ ਆਪਣੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਦੇ ਨਾਲ ਜੁੜੇ ਰਹਿਣਾ ਜ਼ਰੂਰੀ ਹੈ। ਇਸ ਲਈ ਪ੍ਰਭੂ ਯਿਸੂ ਕਹਿੰਦਾ ਹੈ ਕਿ ਮੇਰੇ ਤੋਂ ਵੱਖ ਹੋ ਕੇ ਤੁਹਾਨੂੰ ਕੁਝ ਨਹੀਂ ਕਰ ਸਕਦੇ ਹਾਂ। ਤੇ 15 ਬਾਬ ਦੇ 9 ਐਤ ਦੇ ਵਿੱਚ ਪ੍ਰਭੂ ਯਿਸੂ ਫਿਰ ਕਹਿੰਦਾ ਹੈ ਕਿ ਮੇਰੇ ਪਿਆਰ ਵਿੱਚ ਬਣੇ ਰਹੋ। ਤੇ ਪ੍ਰਭੂ ਯਿਸੂ ਦੇ ਪਿਆਰ ਵਿੱਚ ਬਣੇ ਰਹਿਣ ਦੇ ਲਈ ਅਸੀਂ ਉਸ ਦੇ ਆਗਿਆਵਾਨ ਦੀ ਪਾਲਣਾ ਕਰਨਾ ਹੈ। 10 ਐਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਫਿਰ ਕਹਿੰਦਾ ਹੈ ਤੇ ਪ੍ਰਭੂ ਯਿਸੂ ਦੇ ਆਗਿਆ ਹਨ ਕਿ 12 ਐਤ ਦੇ ਵਿੱਚ ਲਿਖਿਆ ਹੈ, ਤੁਸੀਂ ਇੱਕ ਦੂਸਰੇ ਨੂੰ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ। ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਮਿਲਣ ਦੇ ਬਾਅਦ, ਬਪਤਿਸਮਾ ਅਤੇ ਇਸਤਕਲਾਲ ਦੇ ਸਾਕਰਮੈਂਟ ਗ੍ਰਹਿਣ ਕਰਨ ਦੇ ਬਾਅਦ, ਪਵਿੱਤਰ ਆਤਮਾ ਸਾਨੂੰ ਮਿਲਣ ਦੇ ਬਾਅਦ ਅਸੀਂ ਉਹ ਅਸਲੀ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਪ੍ਰਭੂ ਯਿਸੂ ਦੇ ਨਾਲ ਜੁੜੇ ਰਹਿਣਾ ਜ਼ਰੂਰੀ ਹੈ। ਪ੍ਰਭੂ ਯਿਸੂ ਤੋਂ ਵੱਖ ਹੋ ਕੇ ਸਾਨੂੰ ਕੁਝ ਨਹੀਂ ਕਰ ਸਕਦੇ ਹਾਂ। ਇਸ ਲਈ ਅਸੀਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਪ੍ਰਭੂ ਯਿਸੂ ਨੂੰ ਮਿਲਣਾ ਹੈ, ਪ੍ਰਭੂ ਯਿਸੂ ਦੇ ਨਾਲ ਜੁੜੇ ਰਹਿਣਾ, ਤਾਂ ਸਾਨੂੰ ਆਪਣੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਦਾ ਫਲ, ਪਵਿੱਤਰ ਆਤਮਾ ਦੇ ਬਖਸ਼ਿਸ਼ਾਂ ਦੇ ਅਨੁਸਾਰ ਇੱਕ ਜ਼ਿੰਦਗੀ ਬਿਤਾ ਸਕਦੇ ਹਾਂ। ਉਹਦੇ ਲਈ ਅਸੀਂ ਪ੍ਰਭੂ ਯਿਸੂ ਦੇ ਨਾਲ ਜੁੜੇ ਰਹਿਣਾ ਹੈ। ਜੁੜੇ ਰਹਿਣ ਦਾ ਮਤਲਬ ਹੈ ਕਿ ਪ੍ਰਭੂ ਯਿਸੂ ਦੇ ਪਿਆਰ ਵਿੱਚ ਬਣੇ ਰਹਿਣਾ। ਉਹਦੇ ਪਿਆਰ ਵਿੱਚ ਬਣੇ ਰਹਿਣ ਦੇ ਲਈ ਅਸੀਂ ਉਸਦੇ ਆਗਿਆਵਾਨ ਦੀ ਪਾਲਣਾ ਕਰਨਾ, ਉਹਦੇ ਹੁਕਮਾਂ ਦੇ ਅਨੁਸਾਰ ਜੀਣਾ। ਅਤੇ ਪ੍ਰਭੂ ਯਿਸੂ ਦਾ ਹੁਕਮ ਹਨ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਇੱਕ ਦੂਸਰੇ ਨੂੰ ਪਿਆਰ ਕਰੋ, ਤਾਂ ਫਿਰ ਸਾਨੂੰ ਉਹ ਆਨੰਦ, ਖੁਸ਼ੀ ਸਾਨੂੰ ਮਿਲੇਗਾ ਜੋ ਪਵਿੱਤਰ ਆਤਮਾ ਸਾਡੇ ਵਿੱਚ ਆਉਣ ਦੇ ਰਾਹੀਂ। ਚੇਲਿਆਂ ਦੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਆ ਗਏ ਹਨ ਅਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਖੁਦਾ ਦੇ ਮਰਜ਼ੀ ਪੂਰੀ ਕੀਤੀ ਹੈ। ਜਿਸ ਤਰ੍ਹਾਂ ਪਵਿੱਤਰ ਆਤਮਾ ਉਹਨਾਂ ਨੂੰ ਪ੍ਰੇਰਨਾ ਦਿੱਤੇ ਹਨ, ਉਸੇ ਤਰ੍ਹਾਂ ਉਹਨਾਂ ਨੇ ਕੀਤੇ ਹਨ। ਜਿੱਥੇ ਪਵਿੱਤਰ ਆਤਮਾ ਨੇ ਉਹਨਾਂ ਨੂੰ ਲੈ ਕੇ ਗਏ ਹਨ ਉੱਤੇ ਉਹ ਚਲੇ ਗਏ ਹਨ। ਜੋ ਕੰਮ ਕਰਨ ਦੇ ਲਈ ਪਵਿੱਤਰ ਆਤਮਾ ਉਹਨਾਂ ਨੂੰ ਦੱਸਿਆ ਉਹਨਾਂ ਨੇ ਉਹ ਕੀਤੇ ਹਨ। ਜੋ ਦੁੱਖ ਸਹਿਣ ਦੇ ਲਈ ਉਹਨਾਂ ਨੂੰ ਦੂਸਰਿਆਂ ਦੇ ਹੱਥਾਂ ਵਿੱਚ ਦੇ ਦਿੱਤੇ ਹਨ, ਉਹਨਾਂ ਨੇ ਉਹ ਦੁੱਖ ਸਹਿਆ ਹੈ ਅਤੇ ਉਹਨਾਂ ਦੇ ਵਿੱਚ ਉਹ ਆਨੰਦ, ਖੁਸ਼ੀ ਸੀ। ਪ੍ਰਭੂ ਯਿਸੂ ਮਸੀਹ ਨੂੰ ਸਲੀਬੀ ਮੌਤ ਦੇਣ ਦੇ ਰਾਹੀਂ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦਾ ਉਹ ਜੀਵਨ ਉਹਨਾਂ ਨਾਸ਼ ਨਹੀਂ ਕਰ ਸਕਿਆ ਅਤੇ ਉਹ ਜੀਵਨ, ਖੁਦਾਈ ਜੀਵਨ ਚੇਲਿਆਂ ਨੂੰ ਦੇ ਦਿੱਤੇ ਹਨ। ਤੇ ਚੇਲਿਆਂ ਨੂੰ ਹੁਣ ਸਾਨੂੰ ਦਿੰਦੇ ਹਨ ਪਾਕਮਾ ਕਲੀਸਿਆ ਦੇ ਰਾਹੀਂ ਅਤੇ ਉਹ ਜੀਵਨ ਸਾਨੂੰ ਹੁਣ ਮਿਲਿਆ ਹੈ ਅਤੇ ਉਸ ਜੀਵਨ ਵਿੱਚ ਬਣੇ ਰਹਿਣ ਦੇ ਲਈ ਅਸੀਂ ਪ੍ਰਭੂ ਯਿਸੂ ਦੇ ਨਾਲ ਜੁੜੇ ਰਹਿਣਾ ਹੈ। ਪ੍ਰਭੂ ਯਿਸੂ ਮਸੀਹ
ਸਾਡਾ ਸਿਰ, ਅਸੀਂ ਸਾਰੇ ਵੱਖ-ਵੱਖ ਅੰਗ ਹਨ। ਜਿਸ ਤਰ੍ਹਾਂ ਹਰ ਇੱਕ ਅੰਗ ਸਿਰ ਦੇ ਨਾਲ ਜੁੜੇ ਹਨ, ਉਸੇ ਤਰ੍ਹਾਂ ਅਸੀਂ ਕਲੀਸਿਆ ਨਾਲ ਜੁੜੇ ਰਹਿਣਾ ਹੈ। ਹੁਣ ਸਾਡੇ ਸਰੀਰ ਦੇ ਵਿੱਚ ਕਈ ਅੰਗ ਹਨ ਕਿ ਜਿਸ ਦਾ ਕੋਈ ਕੰਮ ਹੈ ਨਹੀਂ ਹੈ, ਸਾਨੂੰ ਪਤਾ ਵੀ ਨਹੀਂ ਹੈ ਕਿ ਇਹਦਾ ਮਕਸਦ ਕੀ ਹੈ, ਪਰ ਫਿਰ ਵੀ ਉਹ ਅੰਗ ਦਾ ਜ਼ਰੂਰਤ ਹੈ ਸਾਡੇ ਸਰੀਰ ਦੇ ਲਈ। ਭਾਵੇਂ ਕਈ ਅੰਗ ਛੋਟੇ-ਛੋਟੇ ਕੰਮ ਕਰਦੇ ਹਨ, ਇਸੇ ਤਰ੍ਹਾਂ ਹੈ ਕਲੀਸਿਆ ਦੇ ਵਿੱਚ ਵੀ ਹਰ ਇੱਕ ਮੈਂਬਰ ਪ੍ਰਭੂ ਦੇ ਲਈ ਅਹਿਮ ਹਨ, ਖਾਸੀਅਤ ਹਨ। ਕੋਈ ਛੋਟੇ ਨਹੀਂ, ਵੱਡੇ ਨਹੀਂ। ਭਾਵੇਂ ਖੁਦਾ ਨੇ ਸਾਨੂੰ ਵੱਖ-ਵੱਖ ਕੰਮ ਚੁਣਿਆ ਹੈ, ਪਵਿੱਤਰ ਆਤਮਾ ਦੇ ਬਖਸ਼ਿਸ਼ਾਂ ਹਰ ਇੱਕ ਨੂੰ ਵੱਖ-ਵੱਖ ਮਿਲੇ ਹਨ, ਕਈਆਂ ਨੂੰ ਜ਼ਿਆਦਾ ਮਿਲੇ ਹਨ, ਕਈਆਂ ਨੂੰ ਘੱਟ ਮਿਲੇ ਹਨ, ਪਰ ਖੁਦਾ ਦੇ ਨਜ਼ਰਾਂ ਦੇ ਵਿੱਚ ਸਾਰੇ ਬਰਾਬਰ ਹਨ। ਖੁਦਾ ਨੇ ਵੱਖ-ਵੱਖ ਕੰਮ ਕਰਨ ਦੇ ਲਈ ਸਾਨੂੰ ਚੁਣਿਆ ਹੈ। ਇਸ ਲਈ ਅਸੀਂ ਆਪਣੇ ਜੀਵਨ ਦੇ ਵਿੱਚ ਦੂਸਰੇ ਨਾਲ ਸਾਨੂੰ ਤੁਲਨਾ ਨਹੀਂ ਕਰਨੇ ਹਨ। ਜਿਸ ਕੰਮ ਦੇ ਲਈ ਖੁਦਾ ਨੇ ਸਾਨੂੰ ਚੁਣਿਆ ਹੈ, ਉਹ ਕੰਮ ਦੇ ਅਸੀਂ ਇਮਾਨਦਾਰੀ ਨਾਲ ਕਰਾਂਗੇ, ਅਤੇ ਜੋ ਵੀ ਬਖਸ਼ਿਸ਼ਾਂ ਅਤੇ ਦਾਤਾਂ ਪਵਿੱਤਰ ਆਤਮਾ ਸਾਨੂੰ ਮਿਲਿਆ ਹੈ, ਉਹਦੇ ਵਿੱਚ ਅਸੀਂ ਪੱਕੇ ਰਹਾਂਗੇ, ਅਤੇ ਉਸ ਦੇ ਰਾਹ ਹੀ ਅਸੀਂ ਪ੍ਰਭੂ ਦੇ ਮਹਿਮਾ ਕਰਾਂਗੇ। ਪ੍ਰਭੂ ਯਿਸੂ ਮਸੀਹ ਦੇ ਲਈ ਅਸੀਂ ਆਪਣੇ ਜੀਵਨ ਦੇ ਵਿੱਚ ਗਵਾਹੀ ਦੇਵਾਂਗੇ, ਜਿਸ ਤਰ੍ਹਾਂ ਚੇਲਿਆਂ ਨੇ ਆਪਣੇ ਜੀਵਨ ਦੇ ਵਿੱਚ ਕੀਤੇ ਹਨ। ਇਸ ਲਈ ਅਸੀਂ ਪ੍ਰਾਰਥਨਾ ਕਰਾਂਗੇ ਇਸ ਪੰਤਕੋਸਤ ਵਾਲਾ ਤਿਉਹਾਰ ਵਾਲੇ ਦਿਨ ਕਿ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਹਮੇਸ਼ਾ ਪ੍ਰਭੂ ਯਿਸੂ ਦੇ ਨਾਲ ਜੁੜੇ ਰਹਿਣ ਦੇ ਲਈ, ਅਤੇ ਉਹ ਸੱਚਾਈ ਦਾ ਰੂਹ ਜੋ ਸਾਨੂੰ ਮਿਲਿਆ ਹੈ ਬਪਤਿਸਮੇ ਦੇ ਸਾਕਰਮੈਂਟ ਦੇ ਸਮੇਂ, ਉਹ ਸੱਚਾਈ ਦਾ ਰੂਹ ਸਾਨੂੰ ਅਗਵਾਈ ਕਰਦੇ ਹਾਂ, ਉਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਜੀਉਣ ਦੇ ਲਈ। ਜਿਸ ਤਰ੍ਹਾਂ ਯੋਹੰਨਾ ਦੇ ਅੰਜੀਲ 14 ਬਾਬ ਦੇ 16 ਅਤੇ 17 ਇਹਦੇ ਵਿੱਚ ਪ੍ਰਭੂ ਯਿਸੂ ਮਸੀਹ ਸਾਨੂੰ ਵਾਅਦਾ ਕੀਤਾ ਹੈ ਕਿ ਹਮੇਸ਼ਾ ਤੁਹਾਡੇ ਨਾਲ ਰਹਿਣ ਦੇ ਲਈ ਮੈਂ ਤੁਹਾਡੇ ਲਈ ਇੱਕ ਮਦਦਗਾਰ ਘੱਲੂੰਗਾ, ਅਤੇ ਉਹ ਮਦਦਗਾਰ ਸਾਨੂੰ ਮਿਲਿਆ ਹੈ ਬਪਤਿਸਮੇ ਅਤੇ ਇਸਤਕਲਾਲ ਸਾਕਰਮੈਂਟ ਦੇ ਸਮੇਂ। ਉਹਦੇ ਨਾਲ ਜੁੜੇ ਰਹਿਣ ਦੇ ਲਈ, ਉਹਦੇ ਪਿਆਰ ਵਿੱਚ ਬਣੇ ਰਹਿਣ ਦੇ ਲਈ ਅਸੀਂ ਇਸ ਪਾਕ ਮਾਸ ਦੇ ਵਿੱਚ ਪ੍ਰਾਰਥਨਾ ਕਰਾਂਗੇ, ਤੇ ਪ੍ਰਭੂ ਯਿਸੂ ਮਸੀਹ ਅਸਾਂ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਪ੍ਰਦਾਨ ਕਰੇ। ਆਮੀਨ। ਆਓ ਅਸੀਂ ਹੁਣ ਆਪਣੇ ਈਮਾਨ ਨੂੰ ਪ੍ਰਗਟ ਕਰਾਂਗੇ। ਰਸੂਲਾਂ ਦਾ ਕਲਮਾ। ਮੈਂ ਖੁਦਾ ਤੇ ਇਮਾਨ ਰੱਖਦੀ ਹਾਂ, ਜਿਹੜਾ ਬਾਪੂਰੀ ਕੁਦਰਤ ਵਾਲਾ, ਅਸਮਾਨ ਅਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਤੇ ਇਮਾਨ ਰੱਖਦੀ ਹਾਂ, ਜਿਹੜਾ ਉਸ ਦਾ ਇਕਲੌਤਾ ਬੇਟਾ ਅਤੇ ਸਾਡਾ ਖੁਦਾਵੰਦ ਹੈ, ਔਰ ਪਾਕ ਦੀ ਕੁਦਰਤ ਨਾਲ ਕੁਆਰੀ ਮਰੀਅਮ ਦੇ ਗਰਭ ਵਿੱਚ ਪਿਆ, ਉਸ ਤੋਂ ਜੰਮਿਆ। ਉਸ ਨੇ ਪੈਂਤੁਸ ਪਿਲਾਤੁਸ ਦੇ ਐਨ ਵਿੱਚ ਦੁੱਖ ਉਠਾਇਆ, ਸਲੀਬ ਉੱਤੇ ਚੜਾਇਆ ਗਿਆ, ਮਰ ਗਿਆ ਤੇ ਦੱਬਿਆ ਗਿਆ, ਬਰਜ਼ਖ ਵਿੱਚ ਜਾ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉਠਿਆ, ਆਸਮਾਨ ਤੇ ਚੜ ਗਿਆ, ਖੁਦਾ ਬਾਪ ਪੂਰੀ ਕੁਦਰਤ ਵਾਲੇ ਦੇ ਸੱਜੇ ਹੱਥ ਜਾ ਬੈਠਾ, ਜਿੱਤੋਂ ਜਿਉਂਦਿਆਂ ਤੇ ਮੋਇਆਂ ਦਾ ਇਨਸਾਫ ਕਰ ਲੈ ਫਿਰ ਆਵੇਗਾ। ਮੈਂ ਈਮਾਨ ਰੱਖਦੀ ਹਾਂ ਰੂਹ ਪਾਕ ਉੱਤੇ, ਇੱਕ ਪਾਕ ਕੈਥੋਲਿਕ ਕਲੀਸਿਆ, ਪਾਕ ਲੋਕਾਂ ਦੀ ਸ਼ਰਾਕਤ, ਗੁਨਾਹਾਂ ਦੀ ਮਾਫੀ, ਜਿਸਮ ਦਾ ਜੀ ਉਠਣਾ, ਹਮੇਸ਼ਾ ਦੀ ਜ਼ਿੰਦਗੀ ਉੱਤੇ। ਆਮੀਨ। ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਆਓ ਅਸੀਂ ਹੁਣ ਆਪਣੇ ਪਿਆਰੇ ਖੁਦਾ ਦੇ ਅੱਗੇ ਪ੍ਰਾਰਥਨਾ ਕਰੀਏ, ਜਿਸ ਨੇ ਸਾਡੇ ਲਈ ਇੱਕ ਮਦਦਗਾਰ ਪਵਿੱਤਰ ਆਤਮਾ ਨੂੰ ਭੇਜਿਆ ਹੈ, ਤੇ ਅੱਗੇ ਆਪਣੇ ਸਾਰੇ ਲੋੜਾਂ ਜ਼ਰੂਰਤਾਂ ਰੱਖੀਏ ਤੇ ਆਖੀਏ, ਇਹ ਪ੍ਰਭੂ ਸਾਡੀ ਪ੍ਰਾਰਥਨਾ ਸੁਣ। ਇਹ ਪ੍ਰਭੂ ਸਾਡੀ ਪ੍ਰਾਰਥਨਾ ਸੁਣ। ਅਸੀਂ ਆਪਣੇ ਸੰਤ ਪਾਪਾ ਫਰਾਂਸਿਸ ਦੇ ਲਈ ਦੁਆ ਮੰਗੀਏ ਕਿ ਉਹ ਸੰਸਾਰ ਭਰ ਦੇ ਕੈਥੋਲਿਕ ਨੂੰ ਈਮਾਨ ਵਿੱਚ ਵਧਣ ਦੀ ਸਿੱਖਿਆ ਦਿੰਦੇ ਰਹਿਣ। ਅਨੁਵਚਨ। ਇਹ ਪ੍ਰਭੂ ਸਾਡੀ ਪ੍ਰਾਰਥਨਾ ਸੁਣ। ਅਸੀਂ ਇਸ ਇਲਤਾਰ ਦੇ ਸਾਹਮਣੇ ਹਾਜ਼ਰ ਸਾਰੇ ਇਮਾਨਦਾਰਾਂ ਦੇ ਲਈ ਦੁਆ ਮੰਗੀਏ ਕਿ ਅਸੀਂ ਸਾਰੇ ਈਮਾਨ ਅਤੇ ਭਗਤੀ ਨਾਲ ਪਾਕ ਭੇਟਾਂ ਵਿੱਚ ਹਿੱਸਾ ਲਈਏ ਅਤੇ ਉਹਨਾਂ ਦੀਆਂ ਬਰਕਤਾਂ ਨਾਲ ਮਾਲਾਮਾਲ ਹੋਈਏ। ਅਨੁਵਚਨ। ਇਹ ਪ੍ਰਭੂ ਸਾਡੀ ਦੁਆ ਸੁਣ। ਅਸੀਂ ਉਹਨਾਂ ਗਰੀਬਾਂ ਅਤੇ ਲਾਚਾਰ ਮਨੁੱਖਾਂ ਲਈ ਦੁਆ ਕਰੀਏ ਜਿਨ੍ਹਾਂ ਕੋਲ ਖਾਣ ਪੀਣ ਦੇ ਲਈ ਜ਼ਰੂਰੀ ਵਸਤਾਂ ਨਹੀਂ ਹਨ, ਅਤੇ ਆਪਣੀ ਹੈਸੀਅਤ ਮੁਤਾਬਿਕ ਉਹਨਾਂ ਦੀ ਮਦਦ ਕਰਨ ਦੀ ਪ੍ਰੇਰਨਾ ਮੰਗੀਏ। ਅਨੁਵਚਨ। ਇਹ ਪ੍ਰਭੂ ਸਾਡੀ ਪ੍ਰਾਰਥਨਾ ਸੁਣ। ਅਸੀਂ ਉਹਨਾਂ ਲੋਕਾਂ ਲਈ ਦੁਆ ਕਰੀਏ ਜਿਹੜੇ ਤਰ੍ਹਾਂ ਤਰ੍ਹਾਂ ਦੇ ਝਗੜਿਆਂ ਨਾਲ ਕੋਰਟ ਕਚਹਿਰੀਆਂ ਵਿੱਚ ਫਸੇ ਹਨ, ਤਾਂ ਕਿ ਉਹਨਾਂ ਨੂੰ ਖੁਦਾ ਦੀ ਮਿਹਰ ਮਿਲੇ ਅਤੇ ਪ੍ਰਭੂ ਯਿਸੂ ਰਾਹੀਂ ਸਿਖਾਏ ਹੋਏ ਰਾਹ ਉੱਤੇ ਚੱਲਣ ਦੀ ਤਾਕਤ ਪਾ ਸਕਣ। ਅਨੁਵਚਨ। ਇਹ ਪ੍ਰਭੂ ਸਾਡੀ ਪ੍ਰਾਰਥਨਾ ਸੁਣ। ਅਸੀਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰੀਏ ਜੋ ਪੈਂਤੇਕੋਸਤ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ।
ਐ ਪ੍ਰਭੂ, ਜਿਸ ਤਰ੍ਹਾਂ ਪੈਂਤਕੁਸਤ ਵਾਲੇ ਦਿਨ ਚੇਲਿਆਂ ਉੱਤੇ ਰੂਹ ਪਾਕ ਦੀ ਸ਼ਕਤੀ ਉਤਰ ਆਈ, ਐ ਪ੍ਰਭੂ ਉਹਨੂੰ ਸਭ ਤੇ ਵੀ ਆਪਣੀ ਰੂਹ ਪਾਕ ਦੀ ਸ਼ਕਤੀ ਨੂੰ ਬਰਸਾ ਦੇ ਜੋ ਤੁਹਾਡੀ ਰੂਹ ਪਾਕ ਦੇ ਲਈ ਉਡੀਕ ਕਰ ਰਹੇ ਹਨ। ਅਨੁਵਚਨ। हे ਪ੍ਰਭੂ ਸਾਡੀ ਪ੍ਰਾਰਥਨਾ ਸੁਣ। ਆਓ ਅਸੀਂ ਹੁਣ ਮൗਨ ਹੋ ਕੇ ਆਪਣੀ ਬਾਕੀ ਜ਼ਰੂਰਤਾਂ ਆਪਣੇ ਪਿਆਰੇ ਖੁਦਾ ਦੇ ਅੱਗੇ ਪੇਸ਼ ਕਰੀਏ। ਮਾਂ ਮਰੀਮ ਦੇ ਮਦਦ ਮੰਗਦੇ ਹੋਏ ਆਖੀਏ, ਸਲਾਮੇ ਮਰੀਮ, ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ। ਆਮੀਨ। ਇਹ ਪਿਆਰੇ ਖੁਦਾ, ਅਸੀਂ ਆਪਣੇ ਸਾਰੇ ਲੋੜਾਂ ਜ਼ਰੂਰਤਾਂ ਨੂੰ ਤੁਹਾਡੇ ਰੱਖਿਆ ਹਨ, ਨੂੰ ਸੁਣ ਅਤੇ ਕਬੂਲ ਕਰੋ। ਅਸੀਂ ਇਹ ਸਭ ਕੁਝ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। अपनी तौफीक से दी मैं भी कुछ हिस्सा पावा, अपनी तौफीक से दी मैं भी कुछ हिस्सा पावा, तेरी कुर्बानी विच अपना नजराना पावा, तेरी कुर्बानी विच अपना नजराना पावा, अपनी तौफीक से दी मैं भी कुछ हिस्सा पावा, अपनी तौफीक से दी मैं भी कुछ हिस्सा पावा, तेरे पर काबिल नहीं अदना चढ़ावा मेरा, तेरे पर काबिल नहीं अदना चढ़ावा मेरा, अपना हकीर चढ़ावा दीवाती में शर्मावा, अपना हकीर चढ़ावा देवाते में शर्मावा, अपनी तौफीक से दी मैं भी कुछ हिस्सा पावा, अपनी तौफीक से दी मैं भी कुछ हिस्सा पावा, होवे पसंद तेनू मेरे दिल दा नजराना, होवे पसंद तेनू मेरे दिल दा नजराना, यीशु ते नाल रल के अपना दिल नजर चढ़ावा, यीशु दे नाल रल के अपना दिल नजर चढ़ावा, अपनी तौफीक से दी मैं भी कुछ हिस्सा पावा, अपनी तौफीक से दी मैं भी कुछ हिस्सा पावा, तेरी कुर्बानी विच अपना नजराना 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 पावा। ਭਰਾਵੋ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੇ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ, ਨਾਲੇ ਸਾਡੀ ਤੇ ਸਾਰੀ ਪਾਕ ਕਲੀਸਿਆ ਦੀ ਭਲੇ ਲਈ ਕਬੂਲ ਕਰੇ। ਏ ਪ੍ਰਭੂ, ਬਖਸ਼ ਦੇ ਕਿ ਤੇਰੇ ਬੇਟੇ ਦੇ ਵਾਅਦੇ ਦੇ ਮੁਤਾਬਿਕ ਤੇਰਾ ਰੂਹ ਪਾਕ ਇਸ ਕੁਰਬਾਨੀ ਦੇ ਛੁਪੇ ਹੋਏ ਭੇਦ ਨੂੰ ਹੋਰ ਡੂੰਘਾਈ ਨਾਲ ਸਾਡੇ ਉਤੇ ਜ਼ਾਹਿਰ ਕਰੇ। ਉਹ ਆਪਣੀ ਮਿਹਰ ਨਾਲ ਪੂਰਨ ਸੱਚਾਈ ਵੱਲ ਸਾਡੀ ਅਗਵਾਈ ਕਰੇ, ਸਾਡੇ ਪ੍ਰਭੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। हे प्रभु पवित्र बा पूरी कुदरत वाले ते अकाल खुदा,
ਇਹ ਸੱਚਮੁੱਚ ਸਹੀ ਅਤੇ ਯੋਗ ਹੈ ਕਿ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਤਾ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਅੱਜ ਦੇ ਦਿਨ ਤੂੰ ਆਪਣੇ ਉਹਨਾਂ ਬੱਚਿਆਂ ਉਤੇ ਰੂਪਾਕ ਨੂੰ ਭੇਜਿਆ ਜਿਨ੍ਹਾਂ ਉਤੇ ਤੇਰੇ ਇਕਲੌਤੇ ਬੇਟੇ ਦੇ ਜੀਵਨ ਦੇ ਭਾਗੀ ਹੋਣ ਦੀ ਮੋਹਰ ਲੱਗੀ ਹੋਈ ਸੀ। ਇਸ ਤਰ੍ਹਾਂ ਤੂੰ ਪਾਸਕਾ ਦੇ ਭੇਦ ਨੂੰ ਮੁਕੰਮਲ ਕੀਤਾ। ਅੱਜ ਅਸੀਂ ਕਲੀਸਿਆ ਦੀ ਮਹਾਨ ਸ਼ੁਰੂਆਤ ਦੀ ਯਾਦ ਵਿੱਚ ਖੁਸ਼ੀ ਮਨਾਉਂਦੇ ਹਾਂ ਜਦੋਂ ਤੇਰੇ ਰੂਪਾਕ ਨੇ ਸਾਰੀਆਂ ਕੌਮਾਂ ਨੂੰ ਇੱਕੋ ਅਤੇ ਸੱਚੇ ਖੁਦਾ ਬਾਰੇ ਗਿਆਨ ਦਿੱਤਾ। ਲੋਕਾਂ ਦੀਆਂ ਵੱਖ-ਵੱਖ ਭਾਸ਼ਾਵਾਂ ਤੋਂ ਤੂੰ ਇੱਕੋ ਹੀ ਆਵਾਜ਼ ਨੂੰ ਬਣਾਇਆ ਤਾਂ ਕਿ ਇੱਕੋ ਹੀ ਇਮਾਨ ਦਾ ਐਲਾਨ ਕੀਤਾ ਜਾਵੇ। ਇਸ ਲਈ ਅਸੀਂ ਆਪਣੇ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀ ਦੀ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। जमीन आसमान तेरे वडियाइयां नाल भरिया है उचियां विच होसना। जमीन आसमान तेरी वडियाइयां नाल भरिया है उचियां विच होसना, होसना 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 होसना। पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। उतनी है खुदावन दी नाम दी उती जुयां दाई उचियां विच होसना। उतनी है खुदावन दी नाम दी उती जुयां दाई उचियां विच होसना, होसना 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 होसना। पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। हे प्रभु तू सचमुच पवित्र है ते सही है कि तेरी सारी सृष्टि तेरे वडियाई करे। तेरे बेटे साडे प्रभु यीशु मसीह दे राही ते रूपाक दी कुदरत नाल तू सारे संसार ਨੂੰ ਜੀਵਨ ਬਖਸ਼ ਦੇ ਪਾ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪਰਜਾਈ ਗੱਡੇ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲੈਂਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਹੈ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਹੀ ਰੂਪਾਕ ਰਾਹੀਂ ਇਹਨਾਂ ਨਜ਼ਰਾਣਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ ਤਾਂ ਜੋ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸ ਕੀਤਾ ਗਿਆ ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ए मेरे प्रभु, ए मेरे खुदा, इसे तरह भोजन करने के बाद उसने प्याला लिया
ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ। ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ऐ मेरे प्रभु, ऐ मेरे खुदा, ईमान दा पेत। ऐ प्रभु, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। इसलिए प्रभु ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਬੋਝ ਤੇ ਜਲਾਲੀ ਜੀਉੜਨ ਤੇ ਸੁਰਗ ਵਿੱਚ ਚੜ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸ ਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੇ ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੇ ਕਲੀਸਿਆ ਦੇ ਚੜਾਵੇ ਤੇ ਨਜ਼ਰ ਕਰ ਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ, ਜਿਸ ਦੇ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣਾ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਤੇ ਲਹੂ ਨਾਲ ਰਜਾਏ ਹੋਏ ਅਤੇ ਉਸ ਦੇ ਰੂਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਨਾਲ ਕਾਸ ਕਰਕੇ ਧੰਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਵਾਰੀ ਦੇ ਮੁਬਾਰਕ ਵਰਸੰਦੀ ਯੂਸਫ ਦੇ ਨਾਲ, ਤੇਰੇ ਧੰਨ ਰਸੂਲਾਂ ਨਾਲ ਤੇ ਸ਼ਹੀਦਾਂ ਨਾਲ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ। ਇਹਨਾਂ ਵੱਲ ਤੇਰੇ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੇ ਕੀ ਨਿਮਤ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਇਹ ਪ੍ਰਭੂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੀ ਮੁੜ ਮਿਲਾਤੀ ਕੁਰਬਾਨੀ ਸਭ ਦੁਨੀਆ ਦੇ ਸ਼ਾਂਤੀ ਅਤੇ ਮੁਕਤੀ ਦੇ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੇ ਆਪਣੀ ਯਾਦਰੀ ਕਲੀਸਿਆ ਨੂੰ, ਆਪਣੇ ਸੇਵਕ ਸਾਡੇ ਸੰਤ ਪਾਪਾ ਫ੍ਰਾਂਸਿਸ ਨੂੰ, ਸਾਡੇ ਬਿਸ਼ਪ ਫ੍ਰਾਂਕਿਓ ਅਤੇ ਬਿਸ਼ਪ ਅਗਨੈਲੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੇ ਤੂੰ ਆਪਣੇ ਸਾਹਮਣੇ ਸਦਨ ਮਿਹਰ ਕੀਤੀ ਹੈ। ਇਹ ਦਿਆਲੂ ਬਾ ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣ ਭਰਾਵਾਂ ਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦੇ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਤੇ ਅਸੀਂ ਤੇਰੇ ਵੱਡੇ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ। ਸਾਡੇ ਪ੍ਰਭੂ ਮਸੀਹ ਦੇ ਰਾਹੀਂ, ਜਿਸ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਮ ਸਦਾ ਤੀਕ। ਸਾਡੇ ਮੁਕਤੀਦਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਉਸ ਦੀ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਆਖਣ ਦੀ ਦਲੇਰੀ ਕਰਦੇ ਹਾਂ, ਇਹ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ
ਤਾਂ ਜੋ ਦਿਆਂ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। क्यों जो राज कुदरत अति जलाल युगो युग तेरा ही है। ਇਹ ਪ੍ਰਭੂ ਯਿਸੂ ਮਸੀਹਾ ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੇ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੇ ਕਲੀਸਿਆ ਦੇ ਇਮਾਨ ਨੂੰ ਵੇ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਨ ਦਾ ਰਾਜ ਕਰਦਾ ਹੈ ਸਦਾ ਤੋਮ ਸਦਾ ਤੀਕਰ। आमीन। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ अति तुहाड़ी रूह नाल भी होवे। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। एलील खुदा दे तू दुनिया दे गुनाह चुक ले जांदा है। एलील खुदा दे साडे उत्ते दया करो। एलील खुदा दे तू दुनिया दे गुनाह चुक ले जांदा है। एलीले खुदा दे साडे उत्ते दया करो। एलीले खुदा दे तू दुनिया दे गुनाह चुक ले जांदा है। एलीले खुदा दे सानू शांति प्रदान करो। सानू शांति प्रदान करो। ਦੇਖੋ ਖੁਦਾ ਦੇ ਲੇਲਾ ਇਹਨੂੰ ਵੇਖੋ ਜਿਹੜੇ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ए प्रभु मैं इस योग नहीं हाँ कि तू मेरी छत थले आवे, पर एक ही शब्द आख अते मेरी रूह चंगी हो जावेगी। ਦੁਆ ਪਾਕਸ਼ਰਾ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਮ तेरा प्यारा बेटा रोटी के रूप विच साडे दिलां विच आउण वाला है। साडे लिए दुआ कर ताकि असीं भी तेरे वांग उस नूं मन्नीए अते प्यार करिए। ऐ संत यूसुफ जिस तरह तू मसीह नूं पालिया उसी तरह सानू भी उसकी सेवा करनी सिखा। आमीन। ऐसी रोटी दी मुझको, ऐसा पानी दे मुझको। ऐसी रोटी दे मुझको, ऐसा पानी दे मुझको। खाकर मैं भूखा न रहूं, खाकर मैं भूखा न रहूं, पीकर मैं प्यासा न रहूं। मेरे यीशु यीशु मेरे यीशु यीशु मेरे यीशु यीशु मेरे यीशु यीशु। तेरा वचन रोटी मेरी, तेरा वचन पानी मेरा। तेरा वचन रोटी मेरी, तेरा वचन पानी मेरा। खाकर मैं भूखा न रहूं, खाकर मैं भूखा न रहूं, पीकर मैं प्यासा न रहूं। मेरे यीशु यीशु मेरे यीशु यीशु मेरे यीशु यीशु मेरे यीशु यीशु। तेरा बदन रोटी मेरी, तेरा लहू
मेरा, तेरा बदन रोटी मेरी, तेरा लहू पानी मेरा। खाकर मैं भूखा न रहूं, खाकर मैं भूखा न रहूं, पीकर मैं प्यासा न रहूं। मेरे यीशु यीशु, 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 मेरे यीशु यीशु। ਪਕਸ਼ ਰੱਖ ਲੈਣ ਦੇ ਪਿੱਛੋਂ ਦੀ ਦੁਆ। ਸਿਜਦੇ ਦਾ ਅਮਲ ਐ ਇਲਾਹੀ ਯਿਸੂ, ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦੀ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਕੀਤੀ ਜਾਵੇ। ਐ ਮਿਹਰਬਾਨ ਯਿਸੂ, ਮੈਂ ਤੇਰੀ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ? ਮੈਂ ਕੱਖ ਤੇ ਮਿੱਟੀ, ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ? ਮੈਂ ਤੇਰੀ ਰਹਿਮਤਾਂ ਦੇ ਗੀਤ ਸਦਾ ਹੀ ਗਾਵਾਂਗੀ। ਮੈਂ ਆਪਣੇ ਬਦਨ ਅਤੇ ਰੂਹ, ਖਿਆਲਾਂ ਅਤੇ ਦਲੀਲਾਂ, ਗੱਲਾਂ ਅਤੇ ਕੰਮਾਂ, ਖੁਸ਼ੀਆਂ ਅਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦੀ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਅਤੇ ਇਹਨੂੰ ਸਭ ਗੁਨਾਹੀ ਸ਼ਹਿਵਤ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਹਨੂੰ ਆਪਣੀ ਮਰਜ਼ੀ ਉੱਤੇ ਚਲਾ। ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੀ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੇਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗੀ। ਆਮੀਨ। ਦੁਆ ਐ ਰੂਹ ਮਸੀਹ ਦੀ, ਮੈਨੂੰ ਪਾਕ ਕਰ। ਐ ਬਦਨ ਮਸੀਹ ਦੇ, ਮੈਨੂੰ ਬਚਾ। ਐ ਲਹੂ ਮਸੀਹ ਦੇ, ਮੈਨੂੰ ਖੁਸ਼ੀ ਨਾਲ ਰਜ਼ਾ। ਐ ਪਾਣੀ ਮਸੀਹ ਦੀ ਬੱਕੀ ਦੇ, ਮੈਨੂੰ ਧੋ ਦੇ। ਐ ਦੁੱਖ ਮਸੀਹ ਦੇ, ਮੈਨੂੰ ਮਜ਼ਬੂਤ ਕਰ। ਐ ਰਹਿਮ ਯਿਸੂ, ਮਿਹਰਬਾਨੀ ਨਾਲ ਮੇਰੀ ਸੁਣ। ਮੈਨੂੰ ਆਪਣੇ ਜ਼ਖਮਾਂ ਵਿੱਚ ਛੁਪਾ ਲੈ, ਮੈਨੂੰ ਆਪਣੇ ਕੋਲੋਂ ਵੱਖ ਨਾ ਹੋਣ ਦੇ। ਮੈਨੂੰ ਸ਼ੈਤਾਨ ਵੈਰੀ ਤੋਂ ਬਚਾ ਅਤੇ ਮਰਨ ਦੇ ਵੇਲੇ ਮੈਨੂੰ ਆਪਣੇ ਕੋਲ ਬੁਲਾ। ਮੈਨੂੰ ਆਪਣੇ ਕੋਲ ਆਉਣ ਦਾ ਹੁਕਮ ਦੇ, ਤਾਂ ਜੋ ਮੈਂ ਤੇਰੇ ਪਾਕ ਲੋਕਾਂ ਨਾਲ ਸਦਾ ਤੀਕਰ ਤੇਰੀ ਵਡਿਆਈ ਕਰਦੀ ਰਹਾਂ। ਐ ਨਰਮ ਦਿਲ ਯਿਸੂ, ਮੇਰੇ ਦਿਲ ਨੂੰ ਆਪਣੇ ਦਿਲ ਵਾਂਗ ਹਲੀਮ ਅਤੇ ਨਰਮ ਬਣਾ ਦੇ। ਆਮੀਨ। ਐ ਪੂਰੀ ਕੁਦਰਤ ਵਾਲੇ ਅਤੇ ਦਇਆਵਾਨ ਖੁਦਾ, ਤੂੰ ਜੋ ਆਪਣਾ ਪਿਆਰ ਹਰ ਜਗ੍ਹਾ ਅਤੇ ਸਾਰੀ ਸ੍ਰਿਸ਼ਟੀ ਤੇ ਦਿਖਾਉਂਦਾ ਹੈ, ਕਿਰਪਾ ਕਰਕੇ ਉਹਨਾਂ ਲੋਕਾਂ ਲਈ ਸਾਡੀਆਂ ਦੁਆਵਾਂ ਨੂੰ ਸੁਣ ਜੋ ਲੋਕ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਰੋਨਾ ਵਾਇਰਸ ਤੋਂ ਪੀੜਿਤ ਹਨ। ਐ ਪ੍ਰਭੂ, ਅਸੀਂ ਤੇਰੇ ਅੱਗੇ ਆਉਂਦੇ ਹਾਂ ਅਤੇ ਮਿਹਨਤ ਕਰਦੇ ਹਾਂ ਕਿ ਇਸ ਬਿਮਾਰੀ ਤੇ ਜਲਦੀ ਹੀ ਕਾਬੂ ਪਾਇਆ ਜਾਵੇ ਅਤੇ ਪੀੜਿਤ ਪਰਿਵਾਰ ਚੰਗਿਆਈ ਪ੍ਰਾਪਤ ਕਰਨ। ਅਸੀਂ ਉਹਨਾਂ ਸਾਰੇ ਡਾਕਟਰਾਂ ਲਈ ਵੀ ਦੁਆ ਕਰਦੇ ਹਾਂ ਜੋ ਇਸ ਬਿਮਾਰੀ ਦੀ ਇਲਾਜ ਦੀ ਖੋਜ ਵਿੱਚ ਲੱਗੇ ਹਨ, ਤਾਂ ਕਿ ਉਹ ਅਸਰਦਾਇਕ ਇਲਾਜ ਲੱਭ ਸਕਣ। ਅਸੀਂ ਪ੍ਰਾਰਥਨਾ ਕਰਦੇ ਹਾਂ ਭਾਰਤ ਸਰਕਾਰ ਅਤੇ ਸਿਹਤ ਵਿਭਾਗ ਲਈ ਕਿ ਉਹ ਇਸ ਬਿਮਾਰੀ ਦੀ ਰੋਕਥਾਮ ਅਤੇ ਲੋਕਾਂ ਦੀ ਭਲਾਈ ਲਈ ਢੁਕਵੇਂ ਕਦਮ ਚੁੱਕੇ। ਅਸੀਂ ਇਹ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਉਹ ਸਭ ਰੂਹ ਪਾਕ ਨਾਲ ਭਰ ਗਏ ਅਤੇ ਉਹਨਾਂ ਨੇ ਖੁਦਾ ਦੇ ਮਹਾਨ ਕੰਮਾਂ ਦਾ ਬਿਆਨ ਕੀਤਾ। ਹਾਲੇਲੂਇਆ। ਅਸੀਂ ਪ੍ਰਾਰਥਨਾ ਕਰੀਏ। ਏ ਪ੍ਰਭੂ ਖੁਦਾ, ਤੂੰ ਆਪਣੇ ਕਲੀਸਿਆ ਉਤੇ ਸਵਰਗੀ ਦਾਤ ਬਖਸ਼ਦਾ ਹੈ। ਜੋ ਫਸਲ ਤੂੰ ਸਾਨੂੰ ਦਿੱਤਾ ਹੈ ਉਸ ਦੀ ਹਿਫਾਜ਼ਤ ਕਰ, ਤਾਂ ਜੋ ਕਲੀਸਿਆ ਉਸਦੇ ਬਰਸਾਈਆਂ ਗਿਆ ਰੂਹ ਪਾਕ ਦੀਆਂ ਬਖਸ਼ਿਸ਼ਾਂ ਪੂਰਨ ਸ਼ਕਤੀ ਨਾਲ ਉਸ ਵਿੱਚ ਕਾਇਮ ਰਹਿਣ। ਬਖਸ਼ ਦੇ ਕਿ ਇਹ ਰੂਹਾਨੀ ਭੋਜਨ ਕਲੀਸਿਆ ਲਈ ਸਦੀ ਵੀ ਨਜਾਤ ਦਾ ਵਰਦਾਨ ਲੈ ਆਵੇ। ਸਾਡੇ ਪ੍ਰਭੂ ਮਸੀਹ ਦੇ ਰਾਹੀਂ।
ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੇ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟੇ ਦੇ ਰੂਹ ਪਾਕ ਦੀ ਬਰਕਤ ਤੁਹਾਡੇ ਸਾਰਿਆਂ ਉਤੇ ਉਤਰੇ ਤੇ ਸਦਾ ਤੁਹਾਡੇ ਨਾਲ ਰਹੇ। ਆਮੀਨ। ਪਾਕ ਮਾਸ ਤੇ ਕੁਰਬਾਨੀ ਅਰਪਣ ਕੀਤੀ ਗਈ। ਮਸੀਹ ਦੇ ਸ਼ਾਂਤੀ ਵਿੱਚ ਜਾਈਏ। ਹਾਲੇਲੂਇਆ, ਹਾਲੇਲੂਇਆ। ਖੁਦਾ ਦਾ ਸ਼ੁਕਰ ਹੋਵੇ। ਹਾਲੇਲੂਇਆ, ਹਾਲੇਲੂਇਆ। ਦੁਆ ਯਾਦ ਕਰ। ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਪਈ ਕਦੀ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇਤਾਰੀ ਹੋਈ ਕਲਾਮ ਦੀ ਮਾਂ, ਮੇਰੀਆਂ ਅਰਜ਼ਾਂ ਨੂੰ ਹਕੀਮ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਸ਼ਾਂਤੀ ਦੀ ਰਾਣੀ ਮੁਬਾਰਕ ਮਾਂ ਮਰੀਮ, ਸਾਡੇ ਲਈ ਦੁਆ ਕਰ। पेंतकुस्त दिन में जैसे तू आया, वैसे दिल हमारे में आओ आत्मा। पेंतकुस्त दिन में जैसे तू आया, वैसे दिल हमारे में आओ आत्मा। पेंतकुस्त दिन में जैसे तू आया, वैसे दिल हमारे में आओ आत्मा। पेंतकुस्त दिन में जैसे तू आया, वैसे दिल हमारे में आओ आत्मा। हवा जैसे आना नव जीवन देना, हवा जैसे आना नव जीवन देना, जैसे तेरी इच्छा वैसे जीने दो, जैसे तेरी इच्छा वैसे जीने दो। पेंतकुस्त दिन में जैसे तू आया, वैसे दिल हमारे में आओ आत्मा। पेंतकुस्त दिन में जैसे तू आया, वैसे दिल हमारे में आओ आत्मा। अग्नि जैसे आना नव जीवन देना, अग्नि जैसे आना नव जीवन देना, जैसे तेरी इच्छा वैसे जीने दो, जैसे तेरी इच्छा वैसे जीने दो। पेंतकुस्त दिन